ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੋਂ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਖਬਰ 'ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਅਤੇ ਮੇਰੇ ਨਾਲ ਇਸ ਟਾਈਮ ਪ੍ਰੋਗਰਾਮ ਖਬਰ 'ਤੇ ਨਜ਼ਰ 'ਚ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਹ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਸ਼ੁਕਰੀਆ ਜੀ, ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਗੁਰਵਿੰਦਰ ਸਿੰਘ ਅਵਤਾਰ ਸਿੰਘ ਚਾਂਦੀ ਆਰਨੋ ਐਕਸਪ੍ਰੈਸ ਵਾਲੀ ਕੁਚੈਲਾ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ, ਲਾਲੀ ਸਿੱਧੂ ਜੀ ਬੇਕਰਸਫੀਲਡ ਤੋਂ, ਗੁਰਪਾਲ ਸੋਹਲ ਕਲੋਵਿਸ ਤੋਂ, ਬਚਿੱਤਰ ਸਿੰਘ ਚਾਹਲ ਫਰੈਸਨੋ ਤੋਂ, ਪ੍ਰੀਤਮ ਸਿੰਘ ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 ਦੇ ਉੱਤੇ। ਮਿੰਟੂ ਗੁਰੂਸਰੀਆ ਜੀ, ਗੱਲਬਾਤ ਦਾ ਸਿਲਸਿਲਾ ਆਪਾਂ ਸ਼ੁਰੂ ਕਰਦੇ ਹਾਂ। ਗੁਰਦਾਸਪੁਰ ਜਿਮਨੀ ਚੋਣ ਲਈ ਵੋਟਾਂ ਦਾ ਕੰਮ ਕਹਿੰਦੇ ਮੁਕੰਮਲ ਹੋਇਆ, ਨਤੀਜਾ 4 ਦਿਨਾਂ ਨੂੰ। ਵਾਕਿਆ ਕੰਮ ਇੱਕ ਵਾਰੀ ਮੁਕੰਮਲ ਹੋ ਗਿਆ ਔਰ ਬੜੇ ਦਿਨਾਂ ਤੋਂ ਉੱਥੇ ਜਿਹੜਾ ਸ਼ੋਰ ਸ਼ਰਾਬਾ ਚੱਲਦਾ ਪਿਆ ਸੀ ਉਹ ਖਤਮ ਹੋ ਗਿਆ। ਲੋਕੀ ਵੀ ਕਹਿੰਦੇ ਆ ਨਾ ਭੁੱਕੀ ਨਾ ਦਾਰੂ ਤੇ ਹੁਣ ਨਾ ਹੀ ਮਿਲਣੀਆਂ ਫਿਲਮਾਂ, ਨਾ ਸਿੱਧੂ ਦੀ ਤਾੜੀ ਵੱਜਣੀ ਤੇ ਨਾ ਹੀ ਆਉਣੀਆਂ ਨੀਲੀਆਂ ਫਿਲਮਾਂ, ਕਿਉਂਕਿ ਚੋਣ ਦਾ ਮੇਲਾ ਇੱਕ ਵਾਰੀ ਹੈ ਜਿਹੜਾ ਉਹ ਖਤਮ ਹੋ ਗਿਆ। ਅਗਲੀ ਥਾਂ ਤੇ ਅਗਲੀ ਵਾਰ ਫੇਰ ਜਦੋਂ ਮੇਲਾ ਲੱਗੂ ਉਦੋਂ ਵੇਖੀ ਜਾਊਗੀ। ਇੱਕ ਵਾਰੀ ਇਹ ਮੇਲਾ ਜਿਹੜਾ ਪੁੱਟਿਆ ਗਿਆ। ਅੱਜ ਜਿਹੜੀ ਵੋਟਿੰਗ ਹੋਈ ਆ ਉਹਦੇ ਚ ਏਦਾਂ ਲੱਗਦਾ ਹੈ ਕਿ ਲੋਕਾਂ ਦੀ ਬਹੁਤੀ ਰੁਚੀ ਨਹੀਂ ਸੀਗੀ। ਜਿਹੜੀ ਆਪਣੇ ਕੋਲ ਇਸ ਸਮੇਂ ਫਿਗਰ ਆਉਂਦੀ ਪਈ ਹੈ, ਜੋ ਵੋਟ ਪਰਸੈਂਟੇਜ ਆ ਉਹ ਮਹਿਜ਼ ਆ 55.87%, ਯਾਨੀ 56% ਵੀ ਵੋਟ ਨਹੀਂ ਪਈ। ਇਹਦਾ ਮਤਲਬ ਆ ਕਿ ਜੋ ਅਨੁਮਾਨ ਲਾਇਆ ਜਾਂਦਾ ਸੀ ਆਮ ਤੌਰ ਤੇ ਸਾਡੇ ਇੱਥੇ ਪੰਜਾਬ ਦੇ ਵਿੱਚ ਜਦੋਂ ਜ਼ਿਮਨੀ ਚੋਣ ਹੁੰਦੀ ਹੈ ਤੇ ਲਗਭਗ 60-65 ਤੇ ਘੱਟੋ ਘੱਟ ਅੰਕਿਆ ਜਾਂਦਾ ਕਿ 60-65% ਵੋਟ ਪਊਗੀ। 60-65% ਤੋਂ ਵੀ ਥੱਲੇ ਡਿੱਗ ਪਈ, ਇਹਦਾ ਮਤਲਬ ਹੈ ਕਿ ਲੋਕਾਂ ਨੇ ਦਿਲਚਸਪੀ ਘੱਟ ਦਿਖਾਈ ਆ। ਇਹ ਕਿਉਂ ਘੱਟ ਦਿਖਾਈ ਆ? ਇਹ ਹੁਣ ਤਿੰਨੇ ਪਾਰਟੀਆਂ ਜਿਹੜੀਆਂ ਉੱਥੇ ਮੇਨ ਦੌੜਾਕ ਨੇ, ਇਹਨਾਂ ਨੇ ਆਪੋ ਆਪਣੇ ਪੱਲੇ 'ਚ ਦੇਖਣਾ ਹੈ ਕਿ ਇਹਨਾਂ ਦੇ ਪੱਲੇ 'ਚ ਇਹੋ ਜਿਹਾ ਕੀ ਸੀਗਾ ਜਿਹੜੇ ਲੋਕ ਇੰਨਾ ਜ਼ਿਆਦਾ ਇਹਨਾਂ ਤੋਂ ਬੇਮੁਖ ਜਿਹੇ ਹੋਏ ਪਏ ਆ। ਲੱਗਦਾ ਇਹ ਆ ਕਿ ਉੱਤੇ ਜਿਹੜੀ ਕੇਂਦਰ 'ਚ ਬੈਠੀ ਆ ਭਾਜਪਾ, ਉਹ ਲੋਕਾਂ ਨੂੰ ਖੁਸ਼ ਨਹੀਂ ਕਰ ਸਕੀ। ਉਹਦੇ ਕੰਮਕਾਰ ਦੇ ਤਰੀਕਿਆਂ ਤੋਂ ਲੋਕ ਵੈਸੇ ਵੀ ਖਫਾ ਜਾਂਦੇ ਆ। ਦੂਸਰੇ ਜਿਹੜੇ ਉਹਨਾਂ ਦੇ ਅਲਾਇੰਸ ਪਾਰਟਨਰ ਆ ਅਕਾਲੀ, ਉਹਨਾਂ ਦੇ ਖਿਲਾਫ ਜਿਹੜਾ ਲੋਕਾਂ ਦੇ ਵਿੱਚ ਰੋਸ ਸੀਗਾ, ਗਿਲਾ ਸੀਗਾ, ਉਹ ਮੈਨੂੰ ਲੱਗਦਾ ਕਿ ਹਾਲੇ ਵੀ ਮੱਧਮ ਨਹੀਂ ਪਿਆ। ਕਾਂਗਰਸ ਬਚੀ ਖੁਚੀ ਹੈ ਔਰ ਕਾਂਗਰਸ ਦਾ ਵੀ ਇਹੋ ਜਿਹਾ ਕੋਈ 6 ਸਾਲਾਂ 'ਚ ਚਮਤਕਾਰੀ 6 ਮਹੀਨਿਆਂ 'ਚ ਕੋਈ ਚਮਤਕਾਰੀ ਪ੍ਰਦਰਸ਼ਨ ਨਹੀਂ ਹੈਗਾ ਜਿਹਨੂੰ ਲੈ ਕੇ ਲੋਕ ਬਹੁਤ ਜ਼ਿਆਦਾ ਉਤਸ਼ਾਹ ਦਿਖਾਉਂਦੇ। ਬਾਕੀ ਆਮ ਆਦਮੀ ਪਾਰਟੀ ਰਹੀ ਹੈ। ਆਮ ਆਦਮੀ ਪਾਰਟੀ ਇੱਕ ਉੱਥੇ ਖਾਨਾ ਪੂਰਤੀ ਕਰਦੀ ਨਜ਼ਰ ਆਉਂਦੀ ਹੈ। ਕੋਈ ਉਹਨਾਂ 'ਚ ਉਤਸ਼ਾਹ ਨਹੀਂ ਸੀ, ਕੋਈ ਉਹਨਾਂ 'ਚ ਜਜ਼ਬਾ ਨਹੀਂ ਸੀ, ਸਿਰਫ ਤੇ ਸਿਰਫ ਇੱਕ ਖਾਨਾ ਪੂਰਤੀ। ਤਾਂ ਕਰਕੇ ਹੋ ਸਕਦਾ ਕਿ ਲੋਕਾਂ ਨੇ ਥੋੜਾ ਜਿਹਾ ਆਪਣੇ ਆਪ ਨੂੰ ਇਸ ਇਲੈਕਸ਼ਨ ਤੋਂ ਪਰੇ ਰੱਖਿਆ। ਬਾਕੀ ਕੋਈ ਵੀ ਪਾਰਟੀ ਕੋਈ ਵੀ ਧਮਾਕਾ ਕਰ ਸਕਦੀ ਹੈ, ਕਿਉਂਕਿ ਸਾਰਿਆਂ ਦੀ ਕਿਸਮਤ ਹੈ ਜਿਹੜੀ ਉਹ ਇੱਕ ਵਾਰੀ EVM ਮਸ਼ੀਨਾਂ 'ਚ ਕੈਦ ਹੋ ਗਈ ਹੈ। ਓਦਾਂ ਜੋ ਅੱਜ ਇਹ ਚੋਣ ਹੋਈ ਹੈ ਇਹਦੇ 'ਚ ਇੱਕਾ ਦੁੱਕਾ ਝੜਪਾਂ ਵੀ ਹੋਈਆਂ। ਭਾੜਾ ਪਿੰਡ ਦੇ ਵਿੱਚ ਕਾਫੀ ਵੱਡਾ ਕਲੈਸ਼ ਹੋਇਆ। ਉਹਦੇ 'ਚ ਸਾਬਕਾ ਅਕਾਲੀ ਸਰਪੰਚ ਜਿਹੜਾ ਉਹਦਾ ਸਿਰ ਪਾਟ ਗਿਆ। ਇੱਕ ਦੋ ਹੋਰ ਝੜਪਾਂ ਹੋਈਆਂ, ਬਾਕੀ ਸਭ ਕੁਛ ਅਮਨ ਅਮਾਨ ਰਿਹਾ। ਉਹਦਾ ਇੱਕਾ ਦੁੱਕਾ ਥਾਵਾਂ ਤੇ EVM ਮਸ਼ੀਨਾਂ ਵੀ ਖਰਾਬ ਹੋਈਆਂ ਨੇ। ਖਜੂਰੀਆ ਸਾਹਿਬ ਨੇ ਸ਼ਿਕਾਇਤ ਵੀ ਕੀਤੀ ਹੈ, ਖਾਸ ਤੌਰ ਤੇ ਪੋਲਿੰਗ ਬੂਥ ਸੀਗਾ ਜਿਹੜਾ 62 ਨੰਬਰ, ਉਹਦੇ ਵਿੱਚ ਕਿਸੇ ਕਾਂਗਰਸੀ ਦੀ ਮੌਜੂਦਗੀ ਨੂੰ ਲੈ ਕੇ ਕਾਫੀ ਹਾ ਹੱਲਾ ਹੋਇਆ। ਬਾਕੀ ਸਭ ਕੁਛ ਠੀਕ ਠਾਕ ਗੁਜ਼ਰਿਆ। ਹੁਣ 15 ਅਕਤੂਬਰ ਨੂੰ ਇਹਦਾ ਨਤੀਜਾ ਆਊਗਾ। ਉਸ ਨਤੀਜੇ ਤੋਂ ਬਾਅਦ ਫੇਰ ਦੁਬਾਰਾ ਅੰਕਲਨ ਸ਼ੁਰੂ ਹੋਣਗੇ ਕਿ ਕਿਹੜਾ ਘਾਟੇ 'ਚ ਰਿਹਾ, ਕਿਹੜਾ ਵਾਧੇ 'ਚ ਰਿਹਾ। ਪਰ ਜਿੰਨੀ ਇਹ ਚੋਣ ਹੋਈ ਆ, ਜਿੰਨੀ ਇਸ ਚੋਣ ਨੂੰ ਲੈ ਕੇ ਕੰਪੇਨ ਹੋਈ ਆ, ਇਹ ਕਈ ਮਾਮਲਿਆਂ 'ਚ ਦਿਲਚਸਪ ਰਹੇਗੀ ਔਰ ਕੁਛ ਮਾਮਲਿਆਂ 'ਚ ਤੇ ਯਾਦ ਨਾ ਹੀ ਰੱਖਣ ਯੋਗ ਹੋਏਗੀ, ਕਿਉਂਕਿ ਜਿਸ ਤਰੀਕੇ ਨਾਲ ਇੱਥੇ ਬੋਲ ਕਬੋਲ ਹੋਇਆ ਉਹਦਾ ਆਪਣਾ ਇੱਕ ਇਤਿਹਾਸ ਲਿਖਿਆ ਜਾਊ। ਉੱਦਾਂ ਜਿਵੇਂ ਇੱਥੇ ਮੁੱਦਿਆਂ ਤੋਂ ਰਹਿਤ ਚੋਣ ਹੋਈ ਆ ਉਹਦਾ ਵੀ ਇੱਕ ਇਤਿਹਾਸ ਲਿਖਿਆ ਜਾਊ। ਦੇਖੋ, ਜਿਹੜੀ ਕਾਂਗਰਸ ਨਸ਼ਾ ਕਰਦੀ ਸੀਗੀ, 10 ਸਾਲ ਕਰਦੀ ਰਹੀ ਹੈ, ਉਹਨੇ ਜਾ ਕੇ ਉੱਥੇ ਨਸ਼ੇ ਦਾ ਨਾਂ ਹੀ ਨਹੀਂ ਲਿਆ। ਕਮਾਲ ਦੀ ਗੱਲ ਆ ਕਿ ਭਾਜਪਾ ਵਾਲੇ ਵੀ ਨਹੀਂ ਬੋਲੇ, ਅਕਾਲੀਆਂ ਨੇ ਤੇ ਬੋਲਣਾ ਹੀ ਕੀ ਸੀ। ਔਰ ਸਭ ਤੋਂ ਕਮਾਲ ਦੀ ਗੱਲ ਆ ਕਿ ਆਮ ਆਦਮੀ ਪਾਰਟੀ ਨੇ ਵੀ ਉੱਥੇ ਇਹੋ ਜਿਹੇ ਮੁੱਦੇ ਨਹੀਂ ਚੁੱਕੇ। ਜੀ ਅਗਲੀ ਆਪਾਂ ਮਿੰਟੂ ਗੁਰੂਸਰੀਆ ਜੀ ਗੱਲ ਕਰਦੇ ਹਾਂ ਵੀ ਪ੍ਰਧਾਨ ਮੰਤਰੀ ਨੇ ਕਿਹਾ ਪਿੰਡਾਂ ਨੂੰ ਬਣਾਵਾਂਗੇ ਸ਼ਹਿਰ ਵਰਗੇ,
ਗਰੀਬੀ ਭਾਰਤ ਛੋੜੋ ਅੰਦੋਲਨ ਚਲਾਇਆ ਜਾਵੇਗਾ। ਇੱਥੇ ਪੰਜਾਬ ਕੈਲੀਫੋਰਨੀਆ ਬਣਿਆ, ਦੇਖਦੇ ਹਾਂ ਵੀ ਜ਼ਿਆਦਾ ਹੀ ਲੋਕੀ ਨਜ਼ਾਰੇ ਲਈ ਜਾਂਦੇ ਆ। ਇਹ ਗਰੀਬੀ ਭਾਰਤ ਛੋੜੋ ਆ ਕਿ ਗਰੀਬਾਂ ਨੂੰ ਭਾਰਤ ਛੱਡਣ ਲਈ ਕਿਹਾ ਜਾਊਗਾ? ਬੜੇ ਦਿਨ ਹੋ ਗਏ ਦਿਲ ਬਹਿਲਾਓ ਮੋਦੀ ਜੀ, ਬੱਚਿਆਂ ਦੀ ਫਰਮਾਇਸ਼ ਉੱਤੇ ਕੋਈ ਜੁਮਲਾ ਸੁਣਾਓ ਮੋਦੀ ਜੀ, ਐਸੀ ਮੰਗ ਹੁੰਦੀ ਹੈ। ਔਰ ਉਹ ਮੰਗ ਨੂੰ ਹਮੇਸ਼ਾ ਸਿਰ ਮੱਥੇ ਤੇ ਰੱਖ ਕੇ ਕੋਈ ਨਾ ਕੋਈ ਜੁਮਲਾ ਸੁਣਾਈ ਦਿੰਦੇ ਆ। ਦੇਖੋ, ਪਹਿਲੀ ਗੱਲ ਤੇ ਇਹ ਆ ਕਿ ਜਦੋਂ ਇਸ ਤਰ੍ਹਾਂ ਦੀ ਗੱਲ ਚੱਲਦੀ ਆ, ਸ਼ਰਮ ਨਾਲ ਡੁੱਬ ਕੇ ਇਹਨਾਂ ਨੂੰ ਮਰ ਜਾਣਾ ਚਾਹੀਦਾ ਕਿ 70 ਸਾਲਾਂ 'ਚ ਇਹਨਾਂ ਨੂੰ ਪਿੰਡ ਦਿਸੇ ਨਹੀਂ। ਉਦਾਂ ਦਿੱਲੀ 'ਚ ਬਹਿ ਕੇ ਕਹੀ ਜਾਂਦੇ ਆ ਕਿ ਭਾਰਤ ਵੱਸਦਾ ਹੀ ਪਿੰਡਾਂ 'ਚ, ਭਾਰਤ ਵੱਸਦਾ ਹੀ ਪਿੰਡਾਂ 'ਚ। ਝੂਠ ਬੋਲਦੇ ਸੀਗੇ। ਇਹਨਾਂ ਨੂੰ ਭਾਰਤ ਪਿੰਡਾਂ 'ਚ ਵੱਸਦਾ ਜੇ ਉੱਥੇ ਨਜ਼ਰ ਆਉਂਦਾ ਨਾਅਰਿਆਂ 'ਚ, ਤੇ ਇਹ ਨਹੀਂ ਨਜ਼ਰ ਆਉਂਦਾ ਕਿ ਉਹਨਾਂ ਪਿੰਡਾਂ ਦੇ ਵਿੱਚ ਲੋਕ ਵੀ ਵੱਸਦੇ ਆ। ਉੱਥੇ ਇਹ ਤੇ ਹੈ ਨੀਗਾ ਕਿ ਕਿਸੇ ਹੋਰ ਗ੍ਰਹਿ ਤੋਂ ਆਏ ਪ੍ਰਾਣੀ ਵੱਸਦੇ ਆ। ਪਿੰਡਾਂ ਵਾਲੇ ਕਿੱਦਾਂ ਵੱਸਦੇ ਆ ਸਾਰਿਆਂ ਨੂੰ ਪਤਾ। ਹੁਣ ਇਹਨਾਂ ਨੇ ਅੱਜ ਨਵਾਂ ਸ਼ਗੂਫਾ ਛੱਡਿਆ, ਕਹਿੰਦੇ ਆ ਜੀ ਕਿ ਅਸੀਂ ਇਹਨਾਂ ਪਿੰਡਾਂ ਨੂੰ ਸ਼ਹਿਰਾਂ ਦੇ ਬਰੋਬਰ ਲਿਆਉਣਾ। ਔਰ ਨਾਲ ਉਹਨਾਂ ਨੇ ਕੁਛ ਅੰਕੜੇ ਵੀ ਦਿੱਤੇ ਆ, ਫਿਗਰ ਵੀ ਦਿੱਤੇ। ਵੈਸੇ ਅੰਕੜਿਆਂ ਦੇ ਤਾਂ ਜਾਦੂਗਰ ਹੈ ਨਾ, ਜਾਦੂਗਰੀ ਕਰਕੇ ਉਹ ਡੁਗਡੁਗੀ ਵਜਾ ਕੇ ਸਾਰਿਆਂ ਨੂੰ ਮੰਤਰ ਮੁਗਧ ਕਰ ਲੈਂਦੇ ਆ, ਅੰਕੜਿਆਂ ਦੇ ਮਾਇਆ ਜਾਲ ਚੁਲਝਾ ਲੈਂਦੇ ਆ ਜੀ। ਉਹਨਾਂ ਨੇ ਕਿਹਾ ਕਿ ਦੇਖੋ 18,000 ਪਿੰਡ ਇਹੋ ਜਿਹੇ ਆ ਜਿਹੜੇ 18ਵੀਂ ਸਦੀ 'ਚ ਜੀ ਰਹੇ ਆ, ਔਰ ਇਹ 70 ਸਾਲਾਂ ਬਾਅਦ ਵੀ ਪਿੰਡ ਰੋਸ਼ਨ ਨਹੀਂ ਹੋ ਸਕੇ, ਇੱਥੇ ਬਿਜਲੀ ਨਹੀਂ ਗਈ। ਅਸੀਂ ਹੁਣ 15,000 ਪਿੰਡਾਂ ਤੱਕ ਬਿਜਲੀ ਪਹੁੰਚਾ ਦਿੱਤੀ ਹੈ, ਬਾਕੀਆਂ ਨੂੰ ਵੀ ਬਿਜਲੀ ਅਸੀਂ ਪਹੁੰਚਾ ਰਹੇ ਹਾਂ। ਦੂਜੀ ਗੱਲ ਉਹਨਾਂ ਨੇ ਕਹੀ ਆ ਕਿ ਜਿਹੜੀ ਉਹ ਮੈਂ ਸਾਂਝੀਕਾਰੀ ਦਿੱਤੀ ਤੁਹਾਡੇ ਨਾਲ ਪਿੰਡਾਂ ਵਾਲੀ। ਔਰ ਤੀਜੀ ਗੱਲ ਜਿਹੜੀ ਇਹਨਾਂ ਨੇ ਮਹੱਤਵਪੂਰਨ ਕਹੀ ਆ, ਉਹ ਕਹਿੰਦੇ ਆ ਕਿ ਅਸੀਂ ਭਾਰਤ ਛੋੜੋ ਅਭਿਆਨ ਚਲਾਵਾਂਗੇ, ਗਰੀਬੀ ਭਾਰਤ ਛੋੜੋ ਅਭਿਆਨ ਚਲਾਵਾਂਗੇ। ਤੇ ਜਿੱਦਾਂ ਤੁਸੀਂ ਕਹਿ ਹੀ ਦਿੱਤਾ ਕਿ ਇਹ ਗਰੀਬੀ ਭਾਰਤ ਛੋੜੋ ਨਹੀਂ ਹੋ ਸਕਦਾ ਕਿ ਗਰੀਬੋ ਭਾਰਤ ਛੋੜੋ ਅੰਦੋਲਨ ਚਲਾ ਦੇਣ, ਤਾਂ ਹੀ ਗਰੀਬੀ ਮੁਕਤ ਹੋਏਗਾ ਨਾ ਇਹ ਦੇਸ਼। ਜੇ ਗਰੀਬੀ ਨਾ ਰਹਿਣਗੇ ਫਿਰ ਗਰੀਬੀ ਵੀ ਨਹੀਂ ਰਹੇਗੀ, ਨਾ ਰਹੇਗਾ ਬਾਂਸ, ਨਾ ਵੱਜੇਗੀ ਬਾਂਸੁਰੀ। ਤੌਰ ਤੇ ਕੁਛ ਕਰਨ ਲਾਇਕ ਮੈਨੂੰ ਲੱਗਦਾ ਨਹੀਂ ਇਹਨਾਂ ਕੋਈ ਬਚਿਆ। ਸਿਰਫ ਤੇ ਸਿਰਫ ਇਹੋ ਹੀ ਹੱਲ ਆ ਕਿ ਗਰੀਬਾਂ ਨੂੰ ਹਟਾਓ, ਗਰੀਬੀ ਦਾ ਨਾਮੋ ਨਿਸ਼ਾਨ ਮਿਟਾਓ। ਔਰ ਦੂਜੀ ਗੱਲ ਇਹ ਕਹਿੰਦੇ ਆ ਕਿ ਅਸੀਂ 2022 ਤੱਕ ਇਹਨੂੰ ਅਚੀਵ ਕਰਾਂਗੇ, ਯਾਨੀ ਗਰੀਬੀ ਹਟਾਉਣ ਵਾਲਾ ਜਿਹੜਾ ਸਾਡਾ ਟਾਰਗੇਟ ਹੈ 2022 ਚ ਅਚੀਵ ਹੋਏਗਾ। ਇਹਨੂੰ ਅਸੀਂ 2022 ਤੱਕ ਅਚੀਵ ਕਰਨ ਦਾ ਯਤਨ ਕਰਾਂਗੇ। ਹੁਣ ਸਭ ਤੋਂ ਜਿਹੜੀ ਪਹਿਲੀ ਗੱਲ ਆ, ਦੇਖੋ ਮੇਰੇ ਖਿਆਲ ਦੇ ਨਾਲ ਜਿਹੜੇ ਪਿੰਡ ਸ਼ਹਿਰਾਂ ਦੇ ਬਰੋਬਰ ਆਉਣ ਵਾਲੀ ਗੱਲ ਹੈ, ਇਹਦੇ ਚ ਕੋਈ ਮੁਸ਼ਕਿਲ ਨਹੀਂ ਆਉਣੀ। ਮੁਸ਼ਕਿਲ ਇਸ ਕਰਕੇ ਨਹੀਂ ਆਉਣੀ, ਜਿੱਦਾਂ ਚੱਲਦੇ ਜਾ ਰਹੇ ਆ, ਜੇ ਇਸੇ ਰਫਤਾਰ ਨਾਲ ਚੱਲਦੇ ਗਏ ਜਿਹੜੇ ਸ਼ਹਿਰ ਆ ਉਹ ਪਿੰਡਾਂ ਦੇ ਬਰਾਬਰ ਆ ਜਾਣੇ ਆ। ਸੋ ਆਪੇ ਹੀ ਪਿੰਡ ਤੇ ਸ਼ਹਿਰ ਬਰੋਬਰ ਹੋ ਜਾਣਗੇ, ਉਹਦੇ ਚ ਕੋਈ ਦਿੱਕਤ ਨਹੀਂ, ਕੋਈ ਪਰੇਸ਼ਾਨੀ ਨਹੀਂ। ਜਿਹੜੀ ਦੂਜੀ ਗੱਲ ਇਹ ਕਹਿੰਦੇ ਆ ਕਿ ਦੇਖੋ ਅਸੀਂ ਇਲੈਕਟ੍ਰੀਫਾਈਡ ਕਰਨੇ ਆ ਸਾਰੇ ਪਿੰਡ, ਇਹਨਾਂ ਦੀ ਇਲੈਕਟ੍ਰੀਫਿਕੇਸ਼ਨ ਹੋ ਜਾਣੀ ਹੈ ਇੰਨੇ ਚਿਰ ਤੱਕ। ਦੇਖੋ ਇਹ ਉਹ ਸ਼ਖਸ ਆ ਜਿਹਨੇ ਗੁਜਰਾਤ ਮਾਡਲ ਪੂਰੀ ਦੁਨੀਆ ਚ ਪ੍ਰਚਾਰਿਆ ਜੀ। ਇਹਦੇ ਆਪਣੇ ਗੁਜਰਾਤ ਦੇ ਵਿੱਚ ਹਾਲੇ ਵੀ 21,000 ਪਰਿਵਾਰ ਇਸ ਤਰ੍ਹਾਂ ਦੇ ਆ ਜਿਨ੍ਹਾਂ ਦੇ ਘਰ ਦੀਵੇ ਬਲਦੇ ਆ, ਰਾਤ ਨੂੰ ਲੈਂਪਾਂ ਬਲਦੀਆਂ ਨੇ, ਉਹ ਦੀਵੇ ਲੈਂਪਾਂ ਦੀਆਂ ਮੋਮਬੱਤੀਆਂ ਦੀ ਰੌਸ਼ਨੀ ਚ ਰੋਟੀ ਖਾਂਦੇ ਆ। 21,000 ਪਰਿਵਾਰ, ਉਹਨਾਂ ਦਾ ਕਦੇ ਮੋਦੀ ਸਾਹਿਬ ਜ਼ਿਕਰ ਨਹੀਂ ਕਰਨਗੇ, ਕਦੇ ਨਹੀਂ ਕਹਿਣਗੇ ਕਿ ਗੁਜਰਾਤ ਦੇ ਵਿੱਚ ਵੀ ਅਸੀਂ ਬਿਜਲੀ ਨਹੀਂ ਦੇ ਸਕੇ। ਉੱਥੇ ਕਿੰਨਾ ਚਿਰ ਰਾਜ ਕਰਕੇ ਆਇਆ, 2000 ਤੋਂ ਲੈ ਕੇ 2014 ਤੱਕ 13-14 ਸਾਲ ਜਿਹੜਾ ਬੰਦਾ ਇੱਕ ਸਟੇਟ 'ਚ ਰਾਜ ਕਰਕੇ ਆਇਆ ਹੋਵੇ, ਉਹ ਭਾਰਤ ਨੂੰ ਨਵੇਂ ਸੁਪਨੇ ਵੇਚ ਰਿਹਾ। ਇਹ ਨਹੀਂ ਦੱਸਦਾ ਪਿਆ ਕਿ 13-14 ਸਾਲਾਂ ਦੇ ਵਿੱਚ ਉਹਦੀਆਂ ਜਿਹੜੀਆਂ ਉੱਥੇ ਨਾਕਾਮੀਆਂ ਰਹਿ ਗਈਆਂ, ਉਹਨਾਂ ਦਾ ਜਿਹੜਾ ਜ਼ਿੰਮਾ ਉਹ ਕੌਣ ਚੁੱਕੂਗਾ। 21,000 ਪਰਿਵਾਰ ਆ ਜਿਹੜਾ ਅੱਜ ਵੀ ਹਨੇਰੇ 'ਚ ਬੈਠਾ ਮੋਦੀ ਕਰਦਾ ਨਮੋ ਨਮੋ ਨਮੋ। ਹੁਣ ਦੂਜੀ ਗੱਲ ਜਿਹੜੀ ਆ ਕਿ 2022 ਤੱਕ ਅਸੀਂ ਕਿਸਾਨਾਂ ਦੀ ਇਨਕਮ ਦੁੱਗਣੀ ਕਰ ਦਿਆਂਗੇ, ਇਨਕਰੀਜ਼ ਕਰਕੇ, ਜਾਂ ਅਸੀਂ ਗਰੀਬੀ ਭਾਰਤ ਛੋੜੋ ਮੁਹਿੰਮ ਚਲਾ ਕੇ ਇਸ ਟਾਰਗੇਟ ਨੂੰ ਅਚੀਵ ਕਰ ਲਾਂਗੇ। ਦੇਖੋ ਇਹ ਤੇ ਏਦਾਂ ਆ ਨਾ ਜਿੱਦਾਂ ਕੋਈ ਪਿੰਡ 'ਚ ਮਦਾਰੀ ਆ ਜਾਵੇ ਔਰ ਉਹ ਸਾਰਿਆਂ ਨੂੰ ਇਕੱਠਾ ਕਰ ਲਵੇ, ਉਹ ਡਮਰੂ ਜਿਹਾ ਵਜਾ ਕੇ, ਜਿਹੜਾ ਹੁੰਦਾ ਨਾ ਉਹਨਾਂ ਕੋਲ, ਤੁਸੀਂ ਦੇਖਿਆ ਹੋਣਾ ਰਾਜਕਰਨ ਵੀਰ ਜੀ ਡਮਰੂ ਜਿਹਾ ਵਜਾਉਂਦੇ ਹੁੰਦੇ ਸੀ ਆ ਕੇ, ਇੱਕ ਉਹਨਾਂ ਦੇ ਕੋਲ ਪੋਟਲੀ ਜੀ ਹੁੰਦੀ ਹੈ, ਤਾਂ ਉਹ ਵਿਛਾ ਕੇ ਉਹ ਕਿਸੇ ਪਿੰਡ ਨੂੰ ਸਾਰੇ ਨੂੰ ਇਕੱਠਾ ਕਰ ਲਵੇ ਤੇ ਮੁੜ ਕੇ ਪਿੰਡ ਚੋਂ ਸਾਰਿਆਂ ਨੂੰ ਪਿੱਛੇ ਲਾ ਕੇ ਕਵੇ ਕਿ ਇੱਥੇ ਨਹੀਂ, ਉੱਥੇ ਤਮਾਸ਼ਾ ਕਰਦੇ ਆ। ਉਹ ਉੱਥੇ ਜਾਣ ਤੇ ਉੱਥੋਂ ਟਪੂਸੀ ਮਾਰ ਕੇ ਕਿਸੇ ਕੰਧ ਤੇ ਚੜ ਜਾਵੇ, ਲੋਕ ਕੰਧ ਤੇ ਜਾਣ ਤੇ ਉਹ ਟਪੂਸੀ ਮਾਰ ਕੇ ਕਿਸੇ ਹੋਰ ਚੁਬਾਰੇ ਤੇ ਚੜ ਜਾਵੇ ਕਿ ਉੱਥੇ ਨਹੀਂ, ਉੱਥੇ ਤਮਾਸ਼ਾ ਕਰਦੇ ਆ। ਇਹ ਤਮਾਸ਼ਾ ਚੱਲਦਾ ਪਿਆ। ਦੇਖੋ ਸਿੱਧਾ 19 ਤੋਂ 22 ਤੱਕ ਜੀ
ਇਹ ਕਿੱਦਾਂ ਹੋ ਸਕਦਾ ਭਾਈ? ਤੁਸੀਂ 2019 ਚ ਪਹਿਲਾਂ ਐਗਜ਼ਾਮ ਦੇਣਾ ਹੈ, 2019 ਦਾ ਪਹਿਲਾਂ ਇਲੈਕਸ਼ਨ ਲੜਨਾ ਹੈ, 2022 ਦਾ ਤੁਸੀਂ ਪਹਿਲਾਂ ਹੀ ਸੁਪਨਾ ਵੇਚਣ ਲੱਗਦੇ ਹੋ। ਇਹਦਾ ਮਤਲਬ ਹੈ ਕਿ ਤੁਸੀਂ ਲੋਕਾਂ ਦਾ ਇਹਨਾਂ ਆਪਣੀਆਂ ਸਫਲਤਾਵਾਂ ਤੋਂ ਧਿਆਨ ਹਟਾ ਕੇ 2022 ਤੱਕ ਲਿਜਾ ਰਹੇ ਹੋ ਕਿ ਸਾਨੂੰ ਉਦੋਂ ਤੱਕ ਮੌਕਾ ਦੇ ਦਿਓ। ਸਿੱਧਾ ਤੁਸੀਂ ਨਹੀਂ ਕਹਿ ਸਕਦੇ ਕਿ ਸਾਨੂੰ ਹੋਰ ਵੋਟ ਪਾਓ, ਸਾਨੂੰ ਇੱਕ ਵਾਰੀ ਹੋਰ ਜਿਤਾਓ। ਤੁਸੀਂ ਕਹਿ ਰਹੇ ਹੋ ਕਿ 2022 ਤੱਕ ਤੁਹਾਨੂੰ ਆ ਟੀਚੇ ਅਚੀਵ ਕਰਕੇ ਦੇਵਾਂਗੇ। ਔਰ ਇਹਦਾ ਮਤਲਬ ਇਹ ਆ ਕਿ ਵਿਚਾਲੇ ਤੁਸੀਂ ਜਿਹੜਾ ਐਗਜ਼ਾਮ ਦੇਣਾ ਉਹਦਾ ਰਿਜ਼ਲਟ ਤੁਸੀਂ ਪਹਿਲਾਂ ਹੀ ਫਿਕਸ ਕੀਤਾ ਹੋਇਆ ਕਿ ਅਸੀਂ ਜਿੱਤਣਾ ਹੀ ਜਿੱਤਣਾ। ਤੇ ਜੇ ਇਸ ਤਰ੍ਹਾਂ ਨਹੀਂ ਹੋਊਗਾ ਫਿਰ ਘੱਟੋ ਘੱਟ ਪ੍ਰਧਾਨ ਮੰਤਰੀ ਤੋਂ ਅਸਟਾਮ ਤੇ ਲੋਕਾਂ ਨੂੰ ਲਿਖਾ ਕੇ ਲੈ ਲੈਣਾ ਚਾਹੀਦਾ, ਕਿਉਂਕਿ ਮੁੱਕਰਦੇ ਬਹੁਤ ਜਲਦੀ ਹੈ ਮੋਦੀ ਸਾਹਿਬ। ਲਿਖਾ ਲੈਣਾ ਚਾਹੀਦਾ ਕਿ ਜੇ ਤੁਸੀਂ 2019 ਚ ਰਿਪੀਟ ਨਾ ਹੋਏ ਜਿਹੜੀ ਵੀ ਸਰਕਾਰ ਆਈ, ਤੁਸੀਂ ਜਾਮਣ ਬਣੋ ਕਿ ਤੁਸੀਂ ਉਸ ਸਰਕਾਰ ਤੋਂ ਇਹ ਸਾਰੇ ਕੰਮ ਕਰਾ ਕੇ ਦਿਓਗੇ। ਇਹ ਬੜੀ ਮੈਂ ਕਹੂੰਗਾ ਕਿ ਅਜੀਬੋ ਗਰੀਬ ਜੀ ਰਾਜਨੀਤੀ ਹੋ ਰਹੀ ਹੈ, ਬੜੀ ਚਲਾਕੀ ਵਾਲੀ ਰਾਜਨੀਤੀ ਹੋ ਰਹੀ ਹੈ ਕਿ ਲੋਕਾਂ ਨੂੰ 2022 ਦਾ ਸੁਪਨਾ ਇਹ ਦਿਖਾਉਣ ਵੀ ਲੱਗ ਪਿਆ। ਯਾਨੀ ਵਿੱਚੋਂ ਇਹ ਜਿਹੜਾ ਇਹਨਾਂ ਨੇ ਹਾਲ ਕੀਤਾ ਦੇਸ਼ ਦਾ, ਉਹਨਾਂ ਸਾਰੀਆਂ ਚੀਜ਼ਾਂ ਨੂੰ ਬਾਈਪਾਸ ਕਰਕੇ ਕਹਿੰਦੇ ਕਿ 2022 ਤੱਕ ਸਾਨੂੰ ਇੱਕ ਹੋਰ ਮੌਕਾ ਦਿਓ। ਹੁਣ ਮੌਕਾ ਲੋਕਾਂ ਨੇ ਦੇਣਾ, ਉਹ ਦੇਣ ਜਾਂ ਨਾ ਦੇਣ, ਪਰ ਜਿਸ ਤਰੀਕੇ ਨਾਲ ਸੁਪਨੇ ਵੇਚਦੇ ਪਏ ਆ, ਇਹਨਾਂ ਦੀ ਕਲਾਕਾਰੀ ਹੈ ਜਿਹੜੀ ਉਹਦੀ ਸਿਫਤ ਕਰਨੀ ਬਣਦੀ ਹੈ। ਹੋਰ ਬਾਕੀ ਕਲਾਬਾਜ਼ੀ ਹੈ ਜਿਹੜੀ ਉਹਦੇ ਤੁਹਾਨੂੰ ਪਤਾ ਹੈ ਥਾਂ ਥਾਂ ਤੇ ਇਹ ਕਲਾਬਾਜ਼ੀ ਜਿਹੜੀ ਉਹ ਖਾ ਜਾਂਦੇ ਆ। ਜੀ ਜੀ। ਅਗਲੀ ਆਪਾਂ ਮਿੰਟੂ ਗੁਰਸਰੇ ਜੀ ਗੱਲ ਕਰਦੇ ਹਾਂ, ਨਾਬਾਲਗ ਪਤਨੀ ਨਾਲ ਸੰਬੰਧ ਬਣਾਉਣਾ ਬਲਾਤਕਾਰ ਹੀ ਹੋਵੇਗਾ, ਸੁਪਰੀਮ ਕੋਰਟ ਨੇ ਸਾਫ਼ ਕਰਤਾ। ਦੇਖੋ ਇਹ ਵੀ ਨਾ ਇੱਕ ਜਿੱਦਾਂ ਨਿਜਤਾ ਵਾਲਾ ਮਾਮਲਾ ਬਹੁਤ ਲੰਮਾ ਸਮਾਂ ਚੱਲਿਆ, ਉੱਥੇ 3 ਤਲਾਕ ਵਾਲਾ ਮੁੱਦਾ ਜਿਵੇਂ ਬਹੁਤ ਲੰਮਾ ਸਮਾਂ ਚੱਲਿਆ, ਓਦਾਂ ਇਹ ਵੀ ਇੱਕ ਮੁੱਦਾ ਸੀਗਾ ਜਿਹੜਾ ਬਹੁਤ ਲੰਮਾ ਸਮਾਂ ਚੱਲਿਆ ਸੁਪਰੀਮ ਕੋਰਟ 'ਚ, ਜ਼ੇਰੇ ਸੁਣਵਾਈ ਸੀਗਾ। ਔਰ ਕਮਾਲ ਦੀ ਗੱਲ ਤੇ ਇਹ ਹੈ ਕਿ ਦੇਖੋ ਇਹਦੇ ਵਿੱਚ ਸਤੰਬਰ 'ਚ ਸਭ ਕੁਛ ਤੈਅ ਕਰ ਲਿਆ ਗਿਆ ਸੀਗਾ, ਫੈਸਲਾ ਰਾਖਵਾਂ ਰੱਖਿਆ ਹੋਇਆ ਸੀਗਾ। ਸਤੰਬਰ ਤੋਂ ਬਾਅਦ ਪੂਰੇ 1 ਮਹੀਨੇ ਬਾਅਦ, ਮੇਰੇ ਖਿਆਲ ਦੇ ਨਾਲ 1 ਮਹੀਨੇ ਤੋਂ ਵੀ ਉੱਤੇ ਦਿਨ ਹੋ ਗਏ ਆ ਅੱਜ, 6-7 ਲਗਭਗ 37-38 ਦਿਨ ਸੁਪਰੀਮ ਕੋਰਟ ਨੇ ਫੈਸਲਾ ਸੁਣਾਇਆ ਨਹੀਂ। 37-38 ਦਿਨਾਂ ਬਾਅਦ ਇਹ ਫੈਸਲਾ ਅੱਜ ਸੁਣਾਇਆ। ਔਰ ਇਹਦੇ 'ਚ ਇਹ ਨਿਸ਼ਚਿਤ ਕਰ ਦਿੱਤਾ ਗਿਆ ਕਿ ਜਿਹੜਾ ਵਿਅਕਤੀ 18 ਸਾਲ ਤੋਂ ਘੱਟ ਆਪਣੀ ਪਤਨੀ ਦੇ ਨਾਲ ਹੀ ਜੇ ਤਾਲੁਕਾਤ ਬਣਾਏਗਾ, ਸੰਬੰਧ ਬਣਾਏਗਾ, ਤਾਂ ਉਹਨੂੰ ਰੇਪ ਦੀ ਸ਼੍ਰੇਣੀ 'ਚ ਹੀ ਰੱਖਿਆ ਜਾਏਗਾ। ਇਹ ਅਸਲ ਦੇ ਵਿੱਚ ਹੋਇਆ ਕੀ ਸੀਗਾ ਕਿ ਜਦੋਂ ਇਹ ਕਾਨੂੰਨੀ ਲੜਾਈ ਉੱਥੇ ਸੁਪਰੀਮ ਕੋਰਟ ਦੀ ਚੌਖਟ ਤੱਕ ਪਹੁੰਚੀ, ਕੇਂਦਰ ਨੇ ਜਾ ਕੇ ਉੱਥੇ ਇਹ ਦਲੀਲ ਦਿੱਤੀ ਸੀ ਕਿ ਸਾਡੇ ਕੋਲ ਕਾਨੂੰਨ ਇਹ ਆ, IPC ਇਹ ਕਹਿੰਦੀ ਆ ਕਿ 15 ਤੋਂ 18 ਸਾਲ ਦੇ ਦਰਮਿਆਨ ਦੇ ਜਿਹੜੇ ਪਤੀ ਪਤਨੀ ਹੈ, ਚਾਹੇ ਪਤੀ ਵੱਡਾ ਵੀ ਆ, ਉਹ 15 ਤੋਂ 18 ਸਾਲ ਦੀ ਪਤਨੀ ਨਾਲ ਸੰਬੰਧ ਬਣਾ ਸਕਦਾ ਹੈ। ਪਰ ਸੁਪਰੀਮ ਕੋਰਟ ਨੇ ਅੱਜ ਇਸ ਦਲੀਲ ਨੂੰ ਰੱਦ ਕਰ ਦਿੱਤਾ। ਉਹਨਾਂ ਕਿਹਾ ਕਿ ਇਹ ਤੇ ਵਿਰੋਧਾਭਾਸ ਬਣਦਾ ਪਿਆ ਨਾ, ਇਹਦੇ ਕਾਨੂੰਨ ਦਾ ਵਿਰੋਧਾਭਾਸ ਪੈਦਾ ਹੁੰਦਾ ਪਿਆ। ਕਿਵੇਂ? ਉਹ ਕਹਿੰਦੇ ਆ ਕਿ ਇੱਕ ਪਾਸੇ ਤੁਸੀਂ ਆਪ ਕਹਿੰਦੇ ਹੋ ਕਿ ਰਜ਼ਾਮੰਦੀ ਹੈ ਜਿਹੜੀ ਉਹ 18 ਸਾਲ ਦੀ ਉਮਰ ਤੋਂ ਬਾਅਦ ਹੀ ਮੰਨੀ ਜਾਏਗੀ, ਜਦੋਂ ਕੋਈ ਅਡਲਟ ਹੋ ਜਾਂਦਾ। ਪਹਿਲਾਂ ਉਹਦੀ ਰਜ਼ਾਮੰਦੀ ਨਹੀਂ ਮੰਨੀ ਜਾ ਸਕਦੀ। ਇਹੀ ਮੰਨਿਆ ਜਾਊਗਾ ਕਿ ਵਰਗਲਾ ਕੇ, ਡਰਾ ਕੇ, ਧਮਕਾ ਕੇ, ਲਲਚਾ ਕੇ ਕਿਸੇ ਵੀ ਤਰੀਕੇ ਨਾਲ ਸੰਬੰਧ ਕਾਇਮ ਕੀਤਾ ਗਿਆ। ਤੁਸੀਂ ਰਜ਼ਾਮੰਦੀ ਦੀ ਜਿਹੜੀ ਹੱਦ ਆ ਉਹ 18 ਸਾਲ ਮਿੱਥੀ ਹੋਈ ਆ, ਤਾਂ ਫਿਰ ਤੁਸੀਂ ਦੂਜੇ ਪਾਸੇ ਪਤੀ ਪਤਨੀ ਦੇ ਰਿਸ਼ਤੇ ਵਿੱਚ 15 ਤੋਂ 18 ਸਾਲ ਨੂੰ ਕਿਵੇਂ ਤੁਸੀਂ ਇਹ ਤੈਅ ਕਰ ਸਕਦੇ ਹੋ ਕਿ ਇਹ ਰੇਪ ਨਹੀਂ ਹੈ? ਸੋ ਉਹਨਾਂ ਨੇ ਸਾਫ਼ ਕਰ ਦਿੱਤਾ ਕਿ ਵਿਰੋਧਾਭਾਸ ਨਹੀਂ ਚੱਲੇਗਾ। ਸਾਫ਼ ਆ ਕਿ ਜੋ ਵੀ ਨਾਬਾਲਗ ਪਤਨੀ ਦੇ ਨਾਲ ਇਸ ਤਰ੍ਹਾਂ ਸੰਬੰਧ ਕਾਇਮ ਕਰੇਗਾ ਉਹ ਅਪਰਾਧ ਦੀ ਸ਼੍ਰੇਣੀ 'ਚ ਗਿਣਿਆ ਜਾਏਗਾ। ਹੁਣ ਇਹਦੇ 'ਚ ਬੜਾ ਅਜੀਬੋ-ਗਰੀਬ ਜਿਹਾ ਅੱਗੇ ਇੱਕ ਮਾਮਲਾ ਹੋਰ ਜੁੜਦਾ ਹੈ ਤੇ ਸਾਡੇ ਭਾਰਤ ਦੇ ਵਿੱਚ ਬਾਲ ਵਿਆਹ ਨਹੀਂ ਰੁਕਦੇ ਪਏ। ਸਭ ਤੋਂ ਵੱਡੀ ਗੱਲ ਤੇ ਹੈ ਕਿ ਜੇ ਬਾਲ ਵਿਆਹ ਰੋਕ ਲਏ ਜਾਣ ਤੇ ਮੇਰੇ ਖਿਆਲ ਦੇ ਨਾਲ ਆ ਜਿਹੜੀ ਕਾਨੂੰਨੀ ਬਹਿਸ ਆ, ਇਸ ਬਹਿਸ ਵਸਈਏ ਤੋਂ ਉਦਾਂ ਹੀ ਬਚਿਆ ਜਾ ਸਕਦਾ। ਸਮੱਸਿਆ ਸਭ ਤੋਂ ਵੱਡੀ ਹੈ ਕਿ ਸਾਡੇ ਇੱਥੇ ਬਾਲ ਵਿਆਹ ਨਹੀਂ ਰੁਕਦੇ ਪਏ। ਬਾਲ ਵਿਆਹਾਂ ਦਾ ਦੇਖੋ, ਜਿੰਨੇ ਕੁੱਲ ਦੁਨੀਆ ਦੇ ਵਿੱਚ ਬਾਲ ਵਿਆਹ ਹੁੰਦੇ ਆ ਨਾ, ਔਰ ਇੱਕ ਦਿਨ 'ਚ 20,000 ਦੇ ਕਰੀਬ ਹੁੰਦੇ ਆ ਪੂਰੇ ਸੰਸਾਰ 'ਚ, ਉਹ ਜਿੰਨੇ 20,000 ਹੁੰਦੇ ਉਹਦੇ ਇਕੱਲੇ 49% ਸਾਡੇ ਭਾਰਤ 'ਚ ਹੁੰਦੇ ਆ। ਇਹ ਤੋਂ ਵੀ ਅਗਲੀ ਗੱਲ, ਸਾਡੇ ਇੱਥੇ ਜਿੰਨੀਆਂ ਔਰਤਾਂ ਵਿਆਹੀਆਂ ਜਾਂਦੀਆਂ ਉਹਨਾਂ ਦੇ ਵਿੱਚ ਲਗਭਗ 40% ਔਰਤਾਂ ਦੇ ਬਾਲ ਵਿਆਹ ਹੁੰਦੇ ਆ ਜੀ। ਔਰ ਆ ਥੋੜਾ ਜਿਹਾ ਹੁਣ ਅਸੀਂ ਜਾਗੇ ਆ, ਥੋੜੀ ਜੀ ਤਾਲੀਮ ਜਿਹੜੀ ਆ ਉਹਦਾ ਦਾਇਰਾ ਵਧਿਆ, ਹੁਣ ਇਹ ਦਰ ਘਟ ਕੇ 27% ਤੇ ਆ ਗਈ ਆ। ਤਾਂ ਮੇਰੇ ਖਿਆਲ ਦੇ ਨਾਲ ਸਭ ਤੋਂ ਵੱਡੀ ਸਮੱਸਿਆ ਕੀ ਹੈ ਸਾਡੀ, ਇਹ ਤਾਲੀਮ ਦੀ। ਜੇ ਤਾਲੀਮ ਪ੍ਰੋਪਰ ਮਿਲੇ, ਜੋ ਦਿਹਾਤ ਏਰੀਆ, ਜੋ ਪਛੜਿਆ ਏਰੀਆ,
ਜੇ ਤਾਲੀਮ ਉੱਥੋਂ ਤੱਕ ਪਹੁੰਚਾ ਦਿੱਤੀ ਜਾਵੇ ਸੱਚੀ ਸੁੱਚੀ ਨੀਤ ਦੇ ਨਾਲ, ਤਾਂ ਮੇਰੇ ਖਿਆਲ ਦੇ ਨਾਲ ਆਹ ਸਾਰੀਆਂ ਚੀਜ਼ਾਂ ਤੋਂ ਬਚਿਆ ਜਾ ਸਕਦਾ। ਕਿਉਂਕਿ ਜਿੱਥੇ ਜਿੱਥੇ ਵੀ ਲੋਕ ਪੜ੍ਹਦੇ ਗਏ ਉੱਥੇ ਉੱਥੇ ਇਹ ਪ੍ਰਥਾਵਾਂ ਖਤਮ ਹੁੰਦੀਆਂ ਗਈਆਂ। ਸੋ ਜੇ ਬਾਲ ਵਿਆਹ ਰੁਕ ਜਾਣਗੇ ਆਹ ਚੀਜ਼ਾਂ ਕਦੇ ਨਹੀਂ ਵਾਪਰਨਗੀਆਂ। ਉੱਦਾਂ ਕੁਝ ਲੋਕ ਸੁਪਰੀਮ ਕੋਰਟ ਦਾ ਮਜ਼ਾਕ ਵੀ ਉਡਾ ਰਹੇ। ਅੱਜ ਕੱਲ੍ਹ ਵੈਸੇ ਸੁਪਰੀਮ ਕੋਰਟ ਦਾ ਮਜ਼ਾਕ ਹੈ ਜਿਹੜਾ ਉਹ ਸੰਵਿਧਾਨਕ ਅਹੁਦਿਆਂ ਤੇ ਬੈਠੇ ਲੋਕ ਵੀ ਉਡਾਈ ਜਾਂਦੇ ਆ। ਤ੍ਰਿਪੁਰਾ ਦਾ ਗਵਰਨਰ ਆ, ਕੱਲ ਪਟਾਕਿਆਂ ਤੇ ਜਿਹੜੀ ਪਾਬੰਦੀ ਲਾਈ ਸੁਪਰੀਮ ਕੋਰਟ ਨੇ, ਉਹਨੂੰ ਲੈ ਕੇ ਉਹ ਕਹਿੰਦਾ ਕਿ ਹੋ ਸਕਦਾ ਕਿਸੇ ਦਿਨ ਹਿੰਦੂਆਂ ਦੀ ਸ਼ਿਖਾ ਬਲਨ ਤੇ ਵੀ ਪਾਬੰਦੀ ਲੱਗ ਜਾਵੇ। ਉਹ ਆਪ ਸੰਵਿਧਾਨਕ ਅਹੁਦੇ ਤੇ ਬੈਠ ਕੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਇਸ ਨੁਕਤੇ ਨਿਗਾਹ ਤੋਂ ਬਚਦਾ ਪਿਆ। ਪਰ ਓਦਾਂ ਜੇ ਆਪਾਂ ਇਸ ਫੈਸਲੇ ਨੂੰ ਦੇਖੀਏ ਤਾਂ ਮੇਰੇ ਖਿਆਲ ਦੇ ਨਾਲ ਇਹ ਕੋਈ ਬੁਰਾ ਫੈਸਲਾ ਨਹੀਂ ਹੈ। ਇਹਦਾ ਹੋਣਾ ਚਾਹੀਦਾ। ਇਹ ਰਜ਼ਾਮੰਦੀ ਦੀ ਹੱਦ 18 ਸਾਲ ਮਿੱਥੀ ਗਈ ਹੈ ਤਾਂ ਫਿਰ 18 ਸਾਲ ਹੀ ਰਹਿਣਾ ਚਾਹੀਦਾ ਹੈ। ਦੂਜੀ ਗੱਲ ਇਹ ਆ ਕਿ ਜੇ ਇਸ ਤਰ੍ਹਾਂ ਦਾ ਕਾਨੂੰਨ ਹੋਏਗਾ ਤਾਂ ਲੋਕਾਂ ਦੇ ਵਿੱਚ ਥੋੜਾ ਜਿਹਾ ਡਰ ਪੈਦਾ ਹੋਊ, ਕਿਉਂਕਿ ਬਾਲ ਵਿਆਹ ਦਾ ਜਿਹੜਾ ਆਮ ਤੌਰ ਤੇ ਕਾਨੂੰਨ ਬਣਿਆ ਉਹ ਬਹੁਤਾ ਸਖਤ ਨਹੀਂ ਹੈ, ਉਹਦੇ ਤੋਂ ਲੋਕ ਨਹੀਂ ਡਰਦੇ। ਔਰ ਰਾਜਸਥਾਨ ਦੇ ਵਿੱਚ ਤੇ ਸਮੂਹਿਕ ਬਾਲ ਵਿਆਹ ਹੁੰਦੇ ਆ। ਮੈਂ ਇੱਕ ਵਾਰੀ ਆਪ ਵੀ ਵੇਖਿਆ ਸੀ ਕਿਉਂਕਿ ਸਾਡੇ ਨਾਲ ਹੀ ਲੱਗਦਾ। ਸੋ ਸਮੂਹਿਕ ਕਈ ਜੋੜੇ ਆ ਕੇ ਜਿਹੜੇ ਮੰਡਪ ਦੇ ਵਿੱਚ ਬਾਲ ਵਿਆਹ ਕਰਦੇ ਆ। ਤਾਂ ਮੇਰੇ ਖਿਆਲ ਦੇ ਨਾਲ ਜੇ ਇਹ ਕਾਨੂੰਨ ਸਖਤ ਹੋਏਗਾ ਨਾ, ਇਹਦਾ ਥੋੜਾ ਜਿਹਾ ਚੱਪਾ ਹੋਊਗਾ, ਥੋੜਾ ਜਿਹਾ ਡਰ ਹੋਊਗਾ, ਥੋੜਾ ਜਿਹਾ ਭੈ ਹੋਊਗਾ। ਹੋ ਸਕਦਾ ਜਿਹੜੀ ਰੇਸ਼ੋ ਅੱਗੇ ਥੱਲੇ ਆਈ ਹੈ ਪੜ੍ਹਾਈ ਲਿਖਾਈ ਕਰਕੇ, ਇਹ ਸਖਤਾਈ ਕਰਕੇ ਵੀ ਉਹ ਰੇਸ਼ੋ ਜਿਹੜੀ ਹੈ ਉਹ ਘੱਟ ਜਾਵੇ। ਜੀ ਜੀ। ਅੱਗੇ ਆਪਾਂ ਗੱਲ ਕਰਦੇ ਹਾਂ ਮਿੰਟੂ ਜੀ, ਵੀ ਫੌਜ ਦਾ ਇੱਕ ਬ੍ਰਿਗੇਡੀਅਰ ਅਨੈਤਿਕ ਕਾਰਿਆਂ ਦਾ ਦੋਸ਼ੀ ਪਾਇਆ ਗਿਆ। ਦੇਖੋ, ਫੌਜ ਦੇ ਵਿੱਚੋਂ ਬਹੁਤ ਅਜੀਬੋ-ਗਰੀਬ ਜੇ ਕਿਸੇ ਸਾਹਮਣੇ ਆਉਂਦੇ ਪਏ ਆ। ਇਹ ਕੱਲੀਆਂ ਖਾਣੇ ਦੇ ਨਾਲ ਜੁੜੀਆਂ ਸ਼ਿਕਾਇਤਾਂ ਦਾ ਮਸਲਾ ਨਹੀਂ, ਜਾਂ ਜੋ ਉੱਥੇ ਰੰਗਰੂਟਾਂ ਤੋਂ ਜਾਂ ਜਿਹੜੇ ਆਰਮੀ ਮੈਨ ਉਹਨਾਂ ਤੋਂ ਘਰਾਂ 'ਚ ਕੰਮ ਲਿਆ ਜਾਂਦਾ ਉਹ ਮਸਲਾ ਨਹੀਂ ਹੈ। ਇਸ ਤੋਂ ਇਲਾਵਾ ਵੀ ਇੱਕ ਮਸਲਾ ਬਹੁਤ ਗੁੰਝਲਦਾਰ ਇਹ ਹੈ ਕਿ ਜਦੋਂ ਪਰਿਵਾਰ ਇਕੱਠੇ ਰਹਿੰਦੇ ਆ ਇੱਕੋ ਯੂਨਿਟ ਦੇ ਵਿੱਚ, ਇੱਕੋ ਬਟਾਲੀਅਨ ਦੇ ਵਿੱਚ, ਤਾਂ ਉੱਥੇ ਇਹ ਅਨੈਤਿਕ ਰਿਸ਼ਤੇ ਜਿਹੜੇ ਪਨਪਦੇ ਪਏ ਆ ਉਹ ਅੱਗੇ ਜਾ ਕੇ ਦੁਸ਼ਮਣੀ ਪੈਦਾ ਕਰਦੇ ਆ। ਔਰ ਉਹਨਾਂ ਦੇ ਜਿਹੜੇ ਸਿੱਟੇ ਆ ਬੜੇ ਮਾਰੂ ਨਿਕਲਦੇ ਪਏ ਆ। ਇਹ ਇੱਕ ਵੱਖਰੀ ਕਿਸਮ ਦੀ ਫੌਜ ਦੇ ਵਿੱਚ ਮੁਸ਼ਕਿਲ ਪੈਦਾ ਹੋ ਰਹੀ ਹੈ। ਤੁਹਾਨੂੰ ਯਾਦ ਹੋਣਾ ਸਾਡੇ ਪੰਜਾਬ ਦੇ ਵਿੱਚ ਇੱਕ ਬਹੁਤ ਵੱਡਾ ਕਤਲਕਾਂਡ ਵਾਪਰਿਆ ਥੋੜੇ ਮਹੀਨੇ ਪਹਿਲਾਂ ਹੀ ਢੀਸੀਆਣੇ ਦੇ ਵਿੱਚ। ਔਰ ਇੱਥੇ ਵੀ ਇਹ ਨਜਾਇਜ਼ ਰਿਸ਼ਤਿਆਂ ਦਾ ਹੀ ਇਹ ਸਿੱਟਾ ਸੀਗਾ ਕਿ ਇੱਕ ਸਰਵੈਂਟ ਨੂੰ ਵੱਢ ਕੇ ਉਹਨੂੰ ਫਰਿੱਜ 'ਚ ਲਾ ਦਿੱਤਾ ਗਿਆ ਸੀਗਾ। ਔਰ 20-22 ਦਿਨਾਂ ਬਾਅਦ ਜਿਹੜੀ ਲਾਸ਼ ਉਹਦੀ ਬਰਾਮਦ ਹੋਈ ਸੀ ਔਰ ਉੱਥੇ ਮਸਲਾ ਨਜਾਇਜ਼ ਤਾਲੁਕਾਤ ਦਾ ਸੀਗਾ। ਆਹ ਜਿਹੜਾ ਹੁਣ ਇਹ ਕਿੱਸਾ ਆਇਆ ਸਾਹਮਣੇ, ਇਹਨੇ ਵੀ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਅਸਲ ਦੇ ਵਿੱਚ ਇਹ ਜਿਹੜਾ ਬ੍ਰਿਗੇਡੀਅਰ ਸੀਗਾ, ਇਹ ਨਾਲ ਜਿਹੜਾ ਇਹਦਾ ਜੂਨੀਅਰ ਸੀਗਾ ਕਰਨਲ, ਉਹਦੀ ਘਰਵਾਲੀ ਦੇ ਨਾਲ ਹੀ ਮਾੜਾ ਹੋ ਗਿਆ। ਪਰ ਕਮਾਲ ਦੀ ਗੱਲ ਇਹ ਆ ਕਿ ਇਹਦੀ ਜਿਹੜੀ ਸ਼ਿਕਾਇਤ ਕੀਤੀ ਉਹ ਇਹਦੀ ਪਤਨੀ ਨੇ ਸ਼ਿਕਾਇਤ ਕੀਤੀ, ਬ੍ਰਿਗੇਡੀਅਰ ਦੀ ਨੇ। ਬ੍ਰਿਗੇਡੀਅਰ ਦੀ ਪਤਨੀ ਜਿਹੜੀ ਆ ਉਹ ਇੱਕ ਬਹੁਤ ਵੱਡੇ ਸਕੂਲ 'ਚ ਟੀਚਰ ਹੈ ਦਿੱਲੀ ਦੀ। ਉਹਨੇ ਸ਼ਿਕਾਇਤ ਕੀਤੀ ਕਿ ਜਿਹੜਾ ਮੇਰਾ ਪਤੀ ਆ ਉਹ ਵਿਚਾਰੀ ਹੋ ਗਿਆ, ਇਹਦੇ ਖਿਲਾਫ ਮੁਕੱਦਮਾ ਦਰਜ ਕਰੋ। ਮੈਂ ਤੁਹਾਨੂੰ ਇੰਟਰਸਟਿੰਗ ਗੱਲ ਦੱਸ ਦੇਵਾਂ ਕਿ ਫੌਜ ਦੇ ਵਿੱਚ ਇੱਕ ਨੇਮ ਕਾਇਦਾ ਹੈ। ਨੇਮ ਕਾਇਦਾ ਇਹ ਆ ਕਿ ਜੇਕਰ ਤੁਸੀਂ ਫੌਜ ਦੇ ਵਿੱਚ ਰਹਿੰਦੇ ਆ, ਨਾਲ ਦੇ ਕਿਸੇ ਅਫਸਰ ਜਾਂ ਕਿਸੇ ਫੌਜੀ ਦੇ ਘਰ ਦੇ ਵਿੱਚ ਇਸ ਤਰ੍ਹਾਂ ਤੁਸੀਂ ਮਾਰ ਕਰਦੇ ਹੋ ਤਾਂ ਤੁਹਾਡੇ ਖਿਲਾਫ ਇੱਕ ਕੇਸ ਚੱਲ ਸਕਦਾ ਜਿਹਦੇ 'ਚ ਵੱਧ ਤੋਂ ਵੱਧ 5 ਸਾਲ ਤੱਕ ਦੀ ਸਜ਼ਾ ਵੀ ਹੋ ਸਕਦੀ ਹੈ ਵਿਚਾਰੀ ਦੇ ਦੋਸ਼ ਦੇ ਹੇਠ। ਸੋ ਉਸ ਕਾਨੂੰਨ ਦੇ ਤਹਿਤ ਉਹ ਜਿਹੜਾ ਇਹਨਾਂ ਦਾ ਕਾਇਦਾ ਸੀਗਾ, ਉਸ ਰੂਲ ਦੇ ਤਹਿਤ ਉਹਦੀ ਪਤਨੀ ਨੇ ਸ਼ਿਕਾਇਤ ਕਰ ਦਿੱਤੀ। ਪਹਿਲਾਂ ਤਾਂ ਬ੍ਰਿਗੇਡੀਅਰ ਸਾਹਿਬ ਪੈ ਗਿਆ, ਜਿਵੇਂ ਤੁਹਾਨੂੰ ਪਤਾ ਹੀ ਇਹਨਾਂ ਦੇ ਬੋਲ ਬਾਣੀ ਤੋਂ ਹੁੰਦਾ ਹੀ ਆ, ਸਖਤ ਲਹਿਜਾ ਹੁੰਦਾ ਇਹਨਾਂ ਦਾ। ਇਹ ਕੌਣ ਕਹਿੰਦਾ ਮੇਰੇ ਖਿਲਾਫ ਸਾਜ਼ਿਸ਼ ਰਚੀ ਜਾ ਰਹੀ ਹੈ, ਉਹ ਹੈ। ਫਿਰ ਬਾਅਦ ਦੇ ਵਿੱਚ ਉਹਦੀ ਬੀਵੀ ਨੇ ਆਖਿਆ ਮੈਂ ਤੈਨੂੰ ਭੱਜਣ ਨਹੀਂ ਦੇਣਾ ਕਿਸੇ ਪਾਸੇ, ਸਬੂਤ ਮੇਰੇ ਕੋਲ ਸਾਰੇ ਆ। ਉਹਨੇ ਚੱਕ ਕੇ ਤੇ WhatsApp ਵਾਲੀ ਚੈਟ ਸੀ ਜਿਹੜੀ, ਉਹ ਸਾਰੀ ਦੀ ਸਾਰੀ ਨਸ਼ਰ ਕਰ ਦਿੱਤੀ। ਉਹਨੇ ਕਿਹਾ ਚੱਕੋ ਜੀ ਇਹਦਾ ਆਹ ਸਾਰਾ ਚਿੱਠਾ। ਫਿਰ ਇਹ ਜਿਹੜਾ ਕੇਸ ਸੀਗਾ, ਇਹ ਕੇਸ ਕੋਰਟ ਮਾਰਸ਼ਲ ਦੇ ਵਿੱਚ ਚਲਾ ਗਿਆ। ਇਹਨੂੰ ਸੁਣਿਆ ਜਿਹੜਾ ਉੱਥੋਂ ਦਾ ਮੇਜਰ ਜਨਰਲ ਰੈਂਕ ਦਾ ਜਨਰਲ ਆਫਿਸਰ ਸੀਗਾ, ਮਾਊਂਟਨ ਡਿਵੀਜ਼ਨ ਦੇ ਵਿੱਚ ਜਿਹੜਾ ਇਹ ਕੇਸ ਸਾਰਾ ਚੱਲਿਆ। ਇਸ ਕੇਸ ਦੇ ਵਿੱਚ ਹੋਇਆ ਇਹ ਕਿ ਜਿਹੜਾ ਬ੍ਰਿਗੇਡੀਅਰ ਪਹਿਲਾਂ ਕਹਿੰਦਾ ਸੀਗਾ ਕਿ ਮੇਰੇ ਖਿਲਾਫ ਸਾਜ਼ਿਸ਼ ਰਚੀ ਗਈ ਆ, ਮੈਨੂੰ ਇਹ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਆ, ਉਸੇ ਬ੍ਰਿਗੇਡੀਅਰ ਨੇ ਫਿਰ ਬੋਝ ਕੇ ਜੇ ਮੰਨ ਲਿਆ ਕਿ ਹਾਂਜੀ ਮੈਂ ਗਲਤ ਸੀ। ਇਸ ਕਰਕੇ ਜਿਹੜਾ ਫਿਰ ਉਹ ਕੋਰਟ ਮਾਰਸ਼ਲ ਹੋਇਆ, ਉਹਨਾਂ ਨੇ ਇਹਨੂੰ ਜੇਲ੍ਹ ਦੀ ਸਜ਼ਾ ਤੇ ਨਹੀਂ ਦਿੱਤੀ। ਹਾਂ, ਇਹਨੂੰ 4 ਸਾਲ ਦਾ ਉਹਨਾਂ ਨੇ ਬੈਨ ਕਰ ਦਿੱਤਾ ਕਿ ਤੁਹਾਨੂੰ ਇਹਨਾਂ 4 ਸਾਲਾਂ ਦੇ ਦੌਰਾਨ ਕੋਈ ਤਰੱਕੀ ਨਹੀਂ ਮਿਲੇਗੀ, ਯਾਨੀ ਪ੍ਰਮੋਸ਼ਨ ਨਹੀਂ ਮਿਲੇਗੀ। ਸੋ ਇਹ ਵੀ ਇੱਕ ਤਰ੍ਹਾਂ ਦੀ ਸਜ਼ਾ ਹੈ
ਕਿ ਉਹਦੀ ਫਾਈਲ ਦੇ ਵਿੱਚ ਇਹ ਗੱਲ ਚੜ੍ਹ ਗਈ ਆ ਕਿ 4 ਸਾਲ ਤੁਹਾਨੂੰ ਹੁਣ ਪ੍ਰਮੋਸ਼ਨ ਜਿਹੜੀ ਹੈ ਉਹ ਨਹੀਂ ਮਿਲਣੀ। ਸੋ ਇਹ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਸਾਡੀ ਫੌਜ ਦੇ ਵਿੱਚ ਹੁਣ ਕੀ ਕੁਛ ਵਾਪਰਦਾ ਪਿਆ। ਕੱਲ ਵੀ ਇੱਕ ਇਸੇ ਤਰ੍ਹਾਂ ਦੀ ਖਬਰ ਆਈ ਸੀ, ਵੈਸੇ ਇਹ ਤੋਂ ਹਟ ਕੇ ਸੀ ਥੋੜੀ ਜਿਹੀ। ਉਹਦੇ ਵਿੱਚ ਇੱਕ ਬਹੁਤ ਵੱਡੇ ਅਫਸਰ ਨੇ ਜਾ ਕੇ ਸੁਪਰੀਮ ਕੋਰਟ 'ਚ ਅਰਜ਼ੀ ਫਾਈਲ ਕਰ ਦਿੱਤੀ। ਉਹ ਅਰਜ਼ੀ ਇਸ ਗੱਲ ਨੂੰ ਲੈ ਕੇ ਸੀ, ਉਹ ਕਹਿੰਦਾ ਜੀ ਕਿ ਜਦੋਂ ਮੈਨੂੰ ਪ੍ਰਮੋਸ਼ਨ ਮਿਲਣੀ ਸੀ ਉਦੋਂ ਤੇ ਮੈਨੂੰ ਇਹ ਲਿਖ ਕੇ ਪ੍ਰਮੋਸ਼ਨ ਦੇਣ ਤੋਂ ਵਿਰਵਾ ਕਰ ਦਿੱਤਾ ਗਿਆ ਕਿ ਇਹ ਬੰਦਾ ਗੈਰ ਯੋਧਾ ਹੈ, ਗੈਰ ਲੜਾਕੂ ਹੈ, ਮਤਲਬ ਕਿ ਲੜਨ ਦੇ ਕਾਬਿਲ ਨਹੀਂ, ਨਕਾਰਾ ਹੈ। ਤੇ ਜਦੋਂ ਵਾਰੀ ਆਈ ਮੋਰਚੇ ਤੇ ਭੇਜਣ ਦੀ, ਸ਼ੋਪੀਆ ਦੇ ਵਿੱਚ ਕਸ਼ਮੀਰ ਦਾ ਜਿਹੜਾ ਸਭ ਤੋਂ ਖਤਰਨਾਕ ਏਰੀਆ, ਉੱਥੇ ਮੈਨੂੰ ਭੇਜ ਦਿੱਤਾ ਗਿਆ। ਉਹ ਕਹਿੰਦਾ ਕਿ ਸਿੱਧੇ ਤੌਰ ਤੇ ਇੱਥੇ ਇੱਕ ਲੌਬੀ ਕੰਮ ਕਰਦੀ ਹੈ ਜਿਹੜੀ ਆਪਣੇ ਮਨਪਸੰਦੀਦਾ ਬੰਦਿਆਂ ਨੂੰ ਪ੍ਰਮੋਸ਼ਨ ਦਿੰਦੀ ਹੈ, ਦੂਜਿਆਂ ਨੂੰ ਰੋਕਦੀ ਹੈ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨਿਕਲਦੀਆਂ ਪਈਆਂ ਇਹ ਫੌਜ ਲਈ ਚਿੰਤਾਜਨਕ, ਇਹ ਚਿੰਤਾ ਦਾ ਸਬਬ ਹੋਣਾ ਚਾਹੀਦਾ। ਪਿੱਛੇ ਜਿਹਨਾਂ ਨੇ ਕਿਹਾ ਸੀਗਾ ਕਿ ਅਸੀਂ ਇੱਕ ਇਸ ਤਰ੍ਹਾਂ ਦੀ ਕਮੇਟੀ ਬਣਾਵਾਂਗੇ ਜੋ ਪ੍ਰਮੋਸ਼ਨਾਂ ਨੂੰ ਟਰਾਂਸਪੇਰੈਂਟ ਰੱਖੇ ਔਰ ਹੋਰ ਫੌਜ ਦੇ ਜਿਹੜੇ ਅੰਦਰੂਨੀ ਮਸਲੇ ਆ ਉਹਨਾਂ ਤੇ ਨਿਗਾਹ ਰੱਖੇ। ਬਾਅਦ ਦੇ ਵਿੱਚ ਬਣੀ ਨਹੀਂ, ਉਸ ਕਮੇਟੀ ਦਾ ਕੰਮ ਮਿੱਟੀ ਹੋ ਗਿਆ। ਪਰ ਇੱਥੇ ਦੇਖਣ ਵਾਲੀ ਗੱਲ ਇਹ ਆ, ਜੇ ਉੱਥੇ ਫੌਜ ਦੇ ਵਿੱਚ ਵੱਡੇ ਵੱਡੇ ਅਧਿਕਾਰੀ ਇੱਕ ਦੂਜੇ ਦੀ ਪ੍ਰਮੋਸ਼ਨ ਰੋਕਣ ਲਈ ਸਾਜ਼ਿਸ਼ਾਂ ਘੜਦੇ ਆ, ਚਾਲਾਂ ਚੱਲਦੇ ਆ, ਦੂਸਰੇ ਪਾਸੇ ਜਿਹੜੇ ਆ ਬ੍ਰਿਗੇਡੀਅਰ ਵਰਗੇ ਆ ਉਹ ਆਪਣੇ ਨਾਲਦਿਆਂ ਦੇ ਘਰ ਦੇ ਵਿੱਚ ਸੰਨਮਾਰੀ ਕਰੀ ਜਾਂਦੇ ਆ, ਇਖਲਾਕੋਂ ਡਿੱਗੀ ਜਾਂਦੇ ਆ, ਉਹਨਾਂ ਦਾ ਚਰਿੱਤਰ ਹੈ ਜਿਹੜਾ ਉਹ ਚਰਿੱਤਰਹੀਨ ਹੋ ਰਿਹਾ। ਸੋ ਫਿਰ ਇਹਨਾਂ ਨੂੰ ਸੋਚਣਾ ਪਏਗਾ ਕਿ ਜਿਨ੍ਹਾਂ ਲੋਕਾਂ ਨੇ ਨੇਮਬੱਧ ਰੱਖਣਾ ਹੈ ਫੌਜ ਦੇ ਛੋਟੇ ਮੁਲਾਜ਼ਮਾਂ ਨੂੰ, ਉਹ ਆਪ ਹੀ ਆਪਣੇ ਨੇਮ ਕਾਇਦਿਆਂ ਤੋਂ ਬਾਹਰ ਜਾਂਦੇ ਪਏ, ਉਹਨਾਂ ਦੇ ਉੱਤੇ ਕੋਈ ਆਪਣਾ ਜ਼ਾਬਤਾ ਨਹੀਂ ਹੈ। ਸੋ ਇਹਨਾਂ ਨੂੰ ਥੋੜਾ ਜਿਹਾ ਚਰਿੱਤਰਵਾਨ ਬਣਾਉਣ ਦੀ ਜ਼ਰੂਰਤ ਹੈ। ਚਰਿੱਤਰਹੀਨ ਬਹੁਤ ਬਣਦੇ ਜਾ ਰਹੇ ਆ। ਇਹਨਾਂ ਨੂੰ ਇਹ ਗੱਲ ਸਮਝਾਉਣ ਦੀ ਲੋੜ ਆ। ਉਹ ਜਿਵੇਂ ਕਿਸੇ ਨੇ ਕਿਹਾ ਸੀ ਹੈ ਨਾ ਕਿ ਬਾਤ ਤੋਂ ਕਿਰਦਾਰ ਕੀ ਹੋਤੀ ਹੈ ਗਾਲਬ, ਕਦਮੇ ਤੋਂ ਸਾਇਆ ਵੀ ਇਨਸਾਨ ਸੇ ਬੜਾ ਹੋਤਾ ਹੈ। ਗੱਲ ਕਿਰਦਾਰ ਦੀ ਹੁੰਦੀ ਹੈ। ਅਫਸਰ ਤੁਸੀਂ ਜਿੱਡੇ ਮਰਜ਼ੀ ਹੋ ਜਾਓ, ਜੇ ਤੁਹਾਡੇ ਕਿਰਦਾਰ ਪੱਲੇ ਨਹੀਂ ਤੇ ਫਿਰ ਤੁਹਾਡੇ ਵਿਚਾਰ ਪੱਲੇ ਨਹੀਂ, ਜੇ ਵਿਚਾਰ ਪੱਲੇ ਨਹੀਂ ਫਿਰ ਤੁਹਾਡੇ ਸੰਸਾਰ ਪੱਲੇ ਨਹੀਂ। ਇਸ ਕਰਕੇ ਵਿਚਾਰਵਾਨ ਬਣੋ, ਚਰਿੱਤਰਵਾਨ ਬਣੋ, ਕਿਰਦਾਰ ਵਾਲੇ ਬਣੋ। ਜੀ, ਅਗਲੀ ਆਪਾਂ ਗੱਲ ਕਰੀਏ ਵੀ ਹਨੀਪ੍ਰੀਤ ਨੂੰ ਬਠਿੰਡੇ ਦੇ ਪਿੰਡ ਲਿਆਂਦਾ ਗਿਆ। ਦਾਵਾ ਇੱਥੇ ਰਹੀ ਸੀ ਹਨੀਪ੍ਰੀਤ ਆਪਣੀ ਸਾਥਣ ਦੇ ਨਾਲ। ਇਸ ਤੋਂ ਪਹਿਲਾਂ ਅਜਿਹਾ ਦਾਵਾ ਪਹਿਲਾਂ ਵੀ ਕਰ ਚੁੱਕੇ ਆ। ਉਹ ਕਹਿੰਦੇ ਵੀ ਘਰ ਦੇ ਵਿੱਚ ਮਿੱਟੀ ਘਟਾਈ ਸੀ ਉਹਨਾਂ ਨੇ। ਦੇਖੋ ਉਹ ਦਾਵਾ ਤੇ ਇਹਨਾਂ ਦਾ ਜਿਹੜਾ ਉਹ ਤੇ ਬੀਅਰ ਦੀ ਝੱਗ ਰਗਾਈ ਸੀ, ਬਸ ਨਾਲ ਦੀ ਨਾਲ ਹੀ ਬਹਿ ਗਿਆ ਜਦੋਂ ਘਰੇ ਆਏ। ਹੁਣ ਇਹਨਾਂ ਨੇ ਅਚਨਚੇਤੀ ਹਨੀਪ੍ਰੀਤ ਨੂੰ ਅੱਜ ਜੰਗੀ ਰਾਣਾ ਪਿੰਡ ਚ ਲੈ ਆਂਦਾ। ਇਹ ਜੰਗੀ ਰਾਣਾ ਪਿੰਡ ਹੈ ਜਿਹੜਾ ਬਠਿੰਡੇ ਦੇ ਬਿਲਕੁਲ ਲਾਗੇ ਆ, ਉੱਥੇ ਲਿਆਂਦਾ। ਕਿਸੇ ਨੂੰ ਪਤਾ ਹੀ ਨਹੀਂ ਲੱਗਾ, ਇੱਥੋਂ ਤੱਕ ਕਿ ਪੱਤਰਕਾਰਾਂ ਨੂੰ ਵੀ ਪਤਾ ਨਹੀਂ ਸੀਗਾ ਕਿ ਹਨੀਪ੍ਰੀਤ ਨੂੰ ਇੱਥੇ ਲਿਆ ਰਹੇ ਆ। ਜਦੋਂ ਇਹਨਾਂ ਨੇ ਹਰਿਆਣੇ ਪੁਲਿਸ ਵਾਲਿਆਂ ਨੇ ਉੱਥੇ ਲੈ ਆਂਦਾ, 20-25 ਮਿੰਟ ਉੱਥੋਂ ਪੁੱਛਗਿੱਛ ਕੀਤੀ, ਉੱਥੋਂ ਲੈ ਕੇ ਫਿਰ ਬਾਅਦ ਚ ਮੀਡੀਆ ਵਾਲਿਆਂ ਨੂੰ ਪਤਾ ਲੱਗਾ, ਇੱਥੋਂ ਤੱਕ ਕਿ ਬਠਿੰਡਾ ਪੁਲਿਸ ਨੂੰ ਵੀ ਬਾਅਦ ਚ ਪਤਾ ਲੱਗਿਆ। ਹੁਣ ਜਿਹੜਾ ਜੰਗੀ ਰਾਣਾ, ਦਰਅਸਲ ਜਿਹੜੀ ਉਹ ਬੀਬੀ ਨਾਲ ਸੁਖਦੀਪ ਕੌਰ ਇਹਦੇ ਫੜੀ ਹੋਈ ਆ, ਉਹ ਸੁਖਦੀਪ ਕੌਰ ਦਾ ਜਿਹੜਾ ਘਰ ਵਾਲਾ ਇਕਬਾਲ ਸਿੰਘ, ਉਹਦੀ ਸਕੀ ਭੂਆ ਦਾ ਘਰ ਹੈ ਇੱਥੇ ਜੰਗੀ ਰਾਣਾ ਚ। ਹੁਣ ਦੋਸ਼ ਇਹ ਲੱਗਦਾ ਪਿਆ ਕਿ ਜੰਗੀ ਰਾਣਾ ਦਾ ਜਿਹੜਾ ਬਹੁਤ ਵੱਡਾ ਘਰ ਆ, ਮਹਿਲ ਵਰਗਾ ਘਰ ਆ, ਇਸ ਘਰ ਦੇ ਵਿੱਚ ਹਨੀਪ੍ਰੀਤ ਠਹਿਰੀ ਆ। ਹੁਣ ਕੁਛ ਸਾਡੇ ਜਿਹੜੇ ਸਾਥੀ ਮੀਡੀਆ ਕਰਮੀ, ਮੈਂ ਆਪਣੇ ਤੌਰ ਤੇ ਤਾਂ ਪੁਸ਼ਟੀ ਨਹੀਂ ਕਰ ਸਕਦਾ, ਪਰ ਉਹ ਇਸ ਗੱਲ ਦਾ ਦਾਅਵਾ ਕਰਦੇ ਪਏ ਆ ਕਿ ਅਸੀਂ ਆਪਣੇ ਸੂਤਰਾਂ ਤੋਂ ਪਤਾ ਕੀਤਾ ਵਾ ਕਿ ਇਹ ਵਾਕਿਆ ਹੀ 6 ਤੋਂ 7 ਦਿਨ ਹਨੀਪ੍ਰੀਤ ਉੱਥੇ ਜੰਗੀ ਰਾਣਾ ਪਿੰਡ ਚ ਰਹੀ ਹੈ। ਇਸ ਗੱਲ ਦੀ ਕੁਛ ਤੇ ਲੋਕ ਕਹਿੰਦੇ ਆ ਕਿ ਉੱਥੋਂ ਦੇ ਸਰਪੰਚ ਨੇ ਵੀ ਪੁਸ਼ਟੀ ਕੀਤੀ ਆ ਕਿ ਭਾਈ ਸਾਨੂੰ ਵੀ ਸ਼ੱਕ ਆ ਕਿ 6 ਤੋਂ 7 ਦਿਨ ਰਹੀ ਹੈ। ਔਰ ਜਿਹੜਾ ਘਰ ਦੱਸਿਆ ਜਾਂਦਾ ਉਹ ਜਿਹੜੀ ਪਿਛਲੀ ਸਰਕਾਰ ਚਲੇ ਗਈ ਹੈ, ਉਹ ਦੱਸਦੇ ਕਿ ਕੋਈ ਉਹਨਾਂ ਦਾ ਹੀ ਸਮਰਥਕ ਆ ਜਿਹਦਾ ਘਰ ਆ। ਹੁਣ ਉੱਥੋਂ ਜੇ ਆਪਾਂ ਲਾਈਏ ਤੇ ਜਿਹੜਾ ਡੇਰੇਦਾਰ ਦਾ ਰਿਸ਼ਤੇਦਾਰਾਂ ਦਾ ਪਿੰਡ ਆ, ਉਹ ਵੀ ਕੋਈ ਬਹੁਤਾ ਦੂਰ ਨਹੀਂ, ਬਿਲਕੁਲ ਲਾਗੇ ਆ। ਜੇ ਉੱਥੇ ਸਕੂਟਰ ਚੁੱਕਿਆ ਹੋਵੇ ਬੰਦੇ ਨੇ, ਸਕੂਟਰ ਛੱਡੋ, ਸਕੂਟਰੀ ਜਾਂ ਲੂਣਾ ਹੀ ਚੁੱਕੀ ਹੋਵੇ ਤੇ 25-30 ਮਿੰਟਾਂ ਚ ਉਹ ਇੱਕ ਪਿੰਡ ਤੋਂ ਦੂਸਰੇ ਪਿੰਡ ਜਾ ਸਕਦਾ ਹੈ। ਇਸ ਮਾਮਲੇ ਚ ਇਹ ਸਭ ਤੋਂ ਵੱਡਾ ਹੁਣ ਟਵਿਸਟ ਕਹਿ ਸਕਦੇ ਹਾਂ ਕਿ ਬਿਲਕੁਲ ਨਾਲ ਲਗਵੀਂ ਰੈਸ਼ ਹੋਵੇ ਹਨੀਪ੍ਰੀਤ ਦੀ ਤੇ ਡੇਰੇਦਾਰ ਦੇ ਰਿਸ਼ਤੇਦਾਰ ਨੂੰ ਪਤਾ ਨਾ ਲੱਗਾ ਹੋਵੇ, ਇਹ ਤੇ ਹੋ ਨਹੀਂ ਸਕਦਾ। ਹੁਣ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਖੁੱਲੇਗੀ ਪੁਲਿਸ, ਔਰ ਉਹ ਪੁਲਿਸ ਖੋਲ ਕੇ ਅੱਗੇ ਰੱਖੇਗੀ ਅਦਾਲਤ, ਜਦੋਂ ਹੁਣ ਪਰਸੋਂ ਹਨੀਪ੍ਰੀਤ ਦਾ ਰਿਮਾਂਡ ਖਤਮ ਹੋਊਗਾ। ਦੂਜੇ ਪਾਸੇ ਮਸਲਾ ਜਿਹੜਾ ਉਹ
ਡੇਰਾ ਮੁਖੀ ਲਈ ਕਾਫੀ ਉਲਝਵਾਂ। ਉਹਦੇ ਖਿਲਾਫ ਜੋ ਨਿਪੁੰਸਕ ਬਣਾਉਣ ਵਾਲਾ ਮਾਮਲਾ ਚੱਲਦਾ ਪਿਆ, ਉਹਦੇ 'ਚ CBI ਜਿਹੜੀ ਉਹ ਰੋਹਤਕ ਜੇਲ੍ਹ ਦੇ ਵਿੱਚ ਵੀ ਪਹੁੰਚ ਗਈ ਆ। ਦੱਸਦੇ ਆ ਕਿ 2-3 ਘੰਟੇ ਉਤੋਂ ਵੀ ਪੁੱਛਗਿੱਛ ਹੋਈ ਆ। ਉਹਦੇ 'ਚ ਕੀ ਮਾਮਲਾ ਨਿਕਲਿਆ ਕਿ ਜਿਹੜੇ ਇਹਨਾਂ ਦੇ ਪੰਚਕੂਲਾ ਹਿੰਸਾ ਫੈਲਾਉਣ ਦੇ ਦੋਸ਼ ਵਿੱਚ ਪੈਰੋਕਾਰ ਫੜੇ ਗਏ ਸਨ, ਉਹਨਾਂ ਦੇ ਵਿੱਚੋਂ 2 ਨਿਪੁੰਸਕ ਨਿਕਲੇ। ਔਰ ਜਦੋਂ ਪੁਲਿਸ ਨੇ ਪੁੱਛਿਆ ਔਰ ਜਾਂਚ ਪੜਤਾਲ ਕੀਤੀ, ਉਹ ਮੰਨ ਗਏ ਕਿ ਹਾਂ ਸਾਨੂੰ ਵੀ ਨਿਪੁੰਸਕ ਬਣਾਇਆ ਗਿਆ, ਕਿ ਤੁਹਾਨੂੰ ਨਿਪੁੰਸਕ ਬਣਾ ਦਿੰਦੇ ਆ ਤੇ ਤੁਸੀਂ ਫਿਰ ਰੱਬ ਨਾਲ ਸਿੱਧਾ ਹੀ ਟੈਲੀਫੋਨ ਲਾ ਲਿਆ ਕਰੋ। ਹੁਣ ਉਹ ਜਿਹੜਾ ਜਿਹੜਾ CBI ਕੋਲ ਕੇਸ ਆ ਨਿਪੁੰਸਕ ਬਣਾਉਣ ਵਾਲਾ, ਉਹ ਹੁਣ ਆਪਣੇ ਆਪ ਸੋਲਿਡ ਬਣਦਾ ਜਾਂਦਾ। ਜੇ ਉਹ 2 ਬੰਦੇ ਵਾਅਦੇ ਮਾਫ ਗਵਾਹ ਬਣ ਜਾਂਦੇ, ਸਰਕਾਰੀ ਗਵਾਹ ਬਣ ਜਾਂਦੇ ਆ ਕਿ ਸਾਨੂੰ ਇੱਧਰੋਂ ਛੱਡ ਦਿਓ, ਸਾਡਾ ਖਹਿੜਾ ਸਾਡਾ ਛਡਾ ਦਿਓ ਕਿਸੇ ਤਰੀਕੇ ਨਾਲ, ਅਸੀਂ ਗਵਾਹੀ ਦੇਣ ਨੂੰ ਤਿਆਰ ਹਾਂ, ਤੇ ਡੇਰਾ ਮੁਖੀ ਬਹੁਤ ਕਸੂਤਾ ਟੰਗਿਆ ਜਾਏਗਾ। CBI ਇਸੇ ਕਰਕੇ ਹੁਣ ਭੱਜ ਦੌੜ ਕਰਦੀ ਪਈ ਆ ਕਿ ਕਿਸੇ ਤਰੀਕੇ ਨਾਲ ਜਿਹੜਾ ਹੱਥ ਇਹ ਸ਼ਿਕਾਰ ਆਇਆ, ਇਸ ਸ਼ਿਕਾਰ ਨੂੰ ਹੁਣ ਰਗੜ ਦਈਏ। ਦੂਜੇ ਪਾਸੇ ਸੁੱਚਾ ਸਿੰਘ ਲੰਗਾਹ ਦੀ ਵੀ ਅਪਡੇਟ ਤੁਹਾਨੂੰ ਦੇ ਦਈਏ, ਉਹ ਵੀ 3 ਦਿਨ ਦੇ ਰਿਮਾਂਡ ਤੇ ਆ। ਉਹਨਾਂ ਦੇ ਮਾਮਲੇ ਦੇ ਵਿੱਚ ਵੀ ਇੱਕ ਦਿਲਚਸਪ ਕੜੀ ਇਹ ਜੁੜਦੀ ਪਈ ਆ ਕਿ 2 ਕੇਸ ਸੁੱਚਾ ਸਿੰਘ ਲੰਗਾਹ ਤੇ ਹੋਰ ਪੈ ਗਏ ਆ। ਇੱਕ ਤੇ 295 ਵਾਲਾ ਹੋਰ ਰਜਿਸਟਰਡ ਹੋਇਆ ਸੀ, ਨਾਲ ਇੱਕ ਜਿਹੜਾ ਛੋਟਾ ਘੱਲੂਕਰਾ ਗੁਰਦੁਆਰੇ ਦਾ ਵਿਵਾਦ ਚੱਲਿਆ ਸੀ, ਉਹਦੇ ਵਿੱਚ ਇੱਕ ਜਿਹੜਾ ਕੇਸ ਫਾਈਲ ਕੀਤਾ ਗਿਆ ਸੀ ਪੁਲਿਸ ਨੇ, ਉਹਦੇ ਵਿੱਚ ਵੀ ਸੁੱਚਾ ਸਿੰਘ ਲੰਗਾਹ ਨੂੰ ਨਾਮਜ਼ਦ ਕਰ ਲਿਆ। ਸੋ ਮੇਰੇ ਖਿਆਲ ਦੇ ਨਾਲ ਲੰਗਾਹ ਤੇ ਹਨੀਪ੍ਰੀਤ ਇਹ ਦੋਵੇਂ ਇਹ ਜ਼ਰੂਰ ਆਪਣੇ ਆਪ ਨਾਲ ਗੱਲ ਕਰਦੇ ਹੋਣੇ ਆ ਕਿ ਰਿਮਾਂਡ ਮੁੱਕਦੇ ਨਹੀਂ ਤੇ ਖਹਿੜੇ ਛੁੱਟਦੇ ਨਹੀਂ, ਸੌਣ ਦਿੰਦੇ ਨਹੀਂ ਤੇ ਉਂਝ ਕਹਿੰਦੇ ਕੁੱਟਦੇ ਨਹੀਂ। ਸੋ ਇਹ ਰਿਮਾਂਡ ਮੁੱਕਣ ਦਾ ਇੰਤਜ਼ਾਰ ਕਰਦੇ ਹੋਣਗੇ ਕਿ ਕਦੋਂ ਰਿਮਾਂਡ ਮੁੱਕੇ, ਕਦੋਂ ਸਾਡਾ ਖਹਿੜਾ ਛੁੱਟੇ। ਹਾਲ ਦੀ ਘੜੀ ਰਿਮਾਂਡ ਹੈ ਕਿ ਇਹਨਾਂ ਦਾ ਖਹਿੜਾ ਛੱਡਣ ਲਈ ਤਿਆਰ ਨਹੀਂ। ਜੀ ਅਗਲੀ ਜਿਹੜੀ ਆਪਾਂ ਗੱਲ ਕਰੀਏ, ਪੰਜਾਬ ਵਿੱਚ ED ਨੇ ਕਈ ਥਾਈਂ ਛਾਪੇਮਾਰੀ ਕੀਤੀ ਆ। ਦੇਖੋ ਇਹ ਅੱਜ ED ਨੇ ਜਿਹੜੀਆਂ ਛਾਪੇਮਾਰੀਆਂ ਕੀਤੀਆਂ, ਇਹ 2-3 ਸ਼ਹਿਰਾਂ 'ਚ ਕੀਤੀਆਂ ਇਕੱਠੀਆਂ ਹੀ। ਇੱਕ ਤੇ ਲੁਧਿਆਣਾ 'ਚ ਹੋਈ ਆ, ਉੱਥੇ ਇੱਕ ਫਰਮ ਤੇ ਇਹਨਾਂ ਨੇ ਛਾਪੇਮਾਰੀ ਕੀਤੀ ਆ। ਦੂਸਰੀ ਜਿਹੜੀ ਛਾਪੇਮਾਰੀ ਹੋਈ ਆ ਉਹ ਹੋਈ ਆ ਮੇਰੇ ਖਿਆਲ ਦੇ ਨਾਲ ਜਲੰਧਰ ਜੀ। ਇੱਕ ਹੋਈ ਆ ਫਤਿਹਗੜ੍ਹ ਜਿਹੜੀ ਹੋਈ ਆ ਉਹ ਅਸਲ ਦੇ ਵਿੱਚ ਉਸ IS ਅਫਸਰ ਦੇ ਘਰ ਹੋਈ ਆ, ਜਿਹੜਾ IS ਅਫਸਰ ਹੁਸ਼ਿਆਰਪੁਰ ਲੈਂਡ ਸਕੈਮ ਦੇ ਵਿੱਚ ਦੋਸ਼ੀ ਸੀ ਮੰਨਿਆ ਜਾਂਦਾ। ਉਹਨੂੰ ਜ਼ਮਾਨਤ ਮਿਲ ਗਈ ਸੀ। ਜ਼ਮਾਨਤ ਮਿਲ ਗਈ ਤੇ ਕਮਾਲ ਦੀ ਗੱਲ ਹੈ, ਕੈਪਟਨ ਸਰਕਾਰ ਨੇ ਤੇ ਉਹਨੂੰ ਨੌਕਰੀ ਤੇ ਵੀ ਚਾੜ ਦਿੱਤਾ ਸੀ ਸ਼ਾਇਦ। ਪਰ ਹੁਣ ED ਨੇ ਅਚਨਚੇਤੀ ਇੱਥੇ ਉਹਦੇ ਘਰ ਛਾਪਾ ਮਾਰਿਆ। ਉਹਦੇ ਵਿੱਚੋਂ ਕੀ ਨਿਕਲਿਆ, ਕੀ ਕੱਢਿਆ, ਕੀ ਪਾਇਆ, ਇਹ ਸਾਰੀਆਂ ਸੂਚਨਾਵਾਂ ਹਾਲੇ ਗੁਪਤ ਆ, ਕਿਉਂਕਿ ਇਹ ਜਿਹੜੇ ਛਾਪੇ ਪੈਂਦੇ ਆ ਇਹਨਾਂ ਦੀ ਬਹੁਤੀ ਤਫਸੀਲ ਸਾਹਮਣੇ ਨਹੀਂ ਆਉਂਦੀ ਜਦੋਂ ਤੱਕ ਸਾਰਾ ਮਸਲਾ ਇਹ ਟਿਪ ਟੋਪ ਨਹੀਂ ਕਰ ਲੈਂਦੇ। ਦੂਜੇ ਪਾਸੇ ਮੋਹਾਲੀ ਦੇ ਵਿੱਚ ਵੀ ਇੱਕ ਬਹੁਤ ਵੱਡੀ ਰੇਡ ਪਈ ਆ। ਮੋਹਾਲੀ ਦੇ ਵਿੱਚ ਇੱਕ ਜਿਹੜੇ ਥੋਕ 'ਚ ਵੀਜ਼ੇ ਲਾਉਂਦੇ ਸੀ ਆਸਟ੍ਰੇਲੀਆ ਦੇ, ਉਸ ਫਰਮ ਨੂੰ ਵੀ ਜਾ ਕੇ ਇਹਨਾਂ ਨੇ ਨਪੜ ਲਿਆ। ਕਮਾਲ ਦੀ ਗੱਲ ਤੇ ਇਹ ਆ ਕਿ ਉੱਥੋਂ 50 ਦੇ ਕਰੀਬ ਗਜ਼ਟਡ ਅਫਸਰਾਂ ਤੇ ਸੈਂਟਰ ਸਰਕਾਰ ਦੀਆਂ ਮੋਹਰਾਂ ਮਿਲੀਆਂ ਨੇ, ਜਾਨੀ ਆਪ ਹੀ ਦੱਬੀ ਜਾਂਦੇ ਸੀ ਸਾਰਾ ਕੁਛ। ਇਹ ਤੋਂ ਇਲਾਵਾ ਆ ਜਿਹੜੀਆਂ FD ਆਪਾਂ ਦਿੰਦੇ ਆ ਬੈਂਕ ਬੈਲੈਂਸ ਚੈੱਕ ਕਰਨ ਲਈ, ਜਾਂ ਜਿਹੜਾ ਸ਼ੋਅ ਕਰਦੇ ਆ ਆਪਾਂ ਬਾਹਰ, ਉਹਨਾਂ ਨੇ ਨਕਲੀ FD ਜਿਹੜੇ ਫਾਰਮ ਸੀਗੇ ਉਹ ਵੀ ਬਣਾਏ ਹੋਏ ਸਨ, ਸਰਟੀਫਿਕੇਟ ਬਣਾਏ ਹੋਏ ਸਨ ਜੀ। ਤੇ ਪਤਾ ਨਹੀਂ ਕੀ ਕੁਛ ਮਿਲਿਆ। ਦੱਸਦੇ ਤੇ ਇਹ ਵੀ ਆ, ਇੱਕ ਡੰਮੀ ਪਿਸਤੌਲ ਵੀ ਮਿਲਿਆ, 50 ਲੱਖ ਰੁਪਈਆ ਕੈਸ਼। ਚਲੋ ਕੈਸ਼ ਦੇ ਵਿੱਚ ਤੇ ਖੇਡਦੇ ਆ, ਐਵੇਂ ਟੈਲੀਵਿਜ਼ਨ ਤੇ ਆ ਜਾਂਦੇ ਉਦੋਂ ਤੇ ਕਹਿੰਦੇ ਆ ਕਿ ਆਓ ਸਾਡੇ ਕੋਲ ਆਓ, ਇੱਥੇ ਭੇਜਦੇ ਆ ਤੁਹਾਨੂੰ, 1 ਪੈਸਾ ਨਹੀਂ ਲੱਗਣਾ। ਜਦੋਂ ਜਾ ਕੇ ਤੁਸੀਂ ਉੱਥੇ ਡਾਲਰ ਕਮਾਉਣ ਲੱਗ ਪਏ, ਘਰੇ ਭੇਜਣ ਲੱਗ ਪਏ, ਉਦੋਂ ਆਪਾਂ ਹਿਸਾਬ ਕਿਤਾਬ ਕਰ ਲਾਂਗੇ। ਪਰ ਦੱਸਦੇ ਆ ਜਿਹੜੇ ਚਲੇ ਜਾਂਦੇ ਆ ਉਹ ਵਿਚਾਰੇ ਕਈ ਵਾਰ ਕਿਰਾਇਆ ਵੀ ਇਹਨਾਂ ਤੋਂ ਮੰਗ ਕੇ ਲਿਆਉਂਦੇ ਆ, ਸਾਨੂੰ ਪਿੰਡ ਪਹੁੰਚਣ ਜੋਗੇ ਤੇ ਦੇ ਦਿਓ, ਸਾਰੀ ਛਿੱਲ ਲਾ ਲੈਂਦੇ ਆ। ਸੋ ਇਹ ਬਹੁਤ ਅਜੀਬੋ ਗਰੀਬ ਜਿਹਾ ਕੇਸ ਆ ਕਿ ਜਿਹਦੇ ਵਿੱਚ ਇਹ ਸਾਹਮਣੇ ਆਉਣ ਡਿਆ ਉਹਨਾਂ ਨੇ ਮੋਹਰਾਂ ਵੀ ਕੇਂਦਰ ਸਰਕਾਰ ਦੀਆਂ ਆਪ ਹੀ ਬਣਾ ਕੇ ਰੱਖੀਆਂ ਸੀ। ਫੋਰਨ ਮਿਨਿਸਟਰੀ ਦੀਆਂ ਮੋਹਰਾਂ ਸ਼ਾਇਦ ਉਹਨਾਂ ਦੇ ਗੱਲੇ 'ਚ ਹੀ ਪਈਆਂ ਸੀਗੀਆਂ। ਔਰ ਕਮਾਲ ਦੀ ਗੱਲ ਆ ਕਿ ਬੈਂਕ ਬੈਲੈਂਸ ਵੀ ਉਹਨਾਂ ਨੇ ਕਾਗਜ਼ਾਂ 'ਚ ਉੱਥੇ ਹੀ ਆਪਣੇ ਡਰੋ 'ਚ ਰੱਖਿਆ ਸੀਗਾ। ਇਹ ਸਾਰਾ ਕੁਛ ਚੱਲਦਾ ਕੀ ਪਿਆ ਪੰਜਾਬ 'ਚ ਜੀ। ਦੇਖੋ ਸਾਡੇ ਇਕੱਲੇ ਇੱਥੇ ਮੋਹਾਲੀ 'ਚ ਹੀ ਨਹੀਂ, ਆ ਸਾਡੇ ਤੇ ਇੱਥੇ ਟੈਲੀਵਿਜ਼ਨ ਚੈਨਲ ਲਾ ਲਓ ਪੰਜਾਬ ਦੇ ਵਿੱਚ, ਅੱਧੇ ਘੰਟੇ ਦੇ ਸ਼ੋਅ ਇਸ ਤਰ੍ਹਾਂ ਆਉਂਦੇ ਆ, ਆਮ ਬੰਦੇ ਨੂੰ ਲੱਗਦਾ ਕਿ ਸ਼ਾਇਦ ਟੈਲੀਵਿਜ਼ਨ ਵਾਲੇ ਸੱਦ ਕੇ ਇਹਨਾਂ ਨੂੰ ਵਿਚਾਰ ਲੈ ਰਹੇ ਆ। ਉਹ ਰਿਕਾਰਡਡ ਸ਼ੋਅ ਇਸ ਤਰ੍ਹਾਂ ਚੱਲਦੇ ਆ, ਲੋਕਾਂ ਨੂੰ ਭਰਮਾਉਂਦੇ ਆ। ਮੁੰਡੇ ਜਿਹੜੇ ਵਹਿੰਦੇ ਆ ਉਹ ਕਹਿੰਦੇ ਕਿ ਬਾਪੂ ਬਸ ਜਿਵੇਂ ਕਿਵੇਂ ਕਰਕੇ ਤੇ 25-30 ਲੱਖ ਦਾ ਇੰਤਜ਼ਾਮ ਕਰ, ਮੈਂ ਤੇ ਗਿਆ ਸਮਝ ਕੈਨੇਡਾ, ਆਹ ਕੰਪਨੀ ਆਹ ਆਫਰਾਂ ਦੇਣ ਡਈ ਆ।
ਸੋ ਇਹ ਜਿਹੜੀ ਇੱਥੇ ਖੇਡ ਚੱਲਦੀ ਪਈ ਆ, ਇਹ ਇਕੱਲੀ ਮੁਹਾਲੀ ਤੱਕ ਸੀਮਤ ਨਹੀਂ। ਇਹਨੂੰ ਜੇ ਅੱਗੇ ਤੋਰੀਏ ਜਲੰਧਰ, ਹੋਰ ਵੀ ਸ਼ਹਿਰ ਜਿਹੜੇ ਇਸ ਤਰ੍ਹਾਂ ਦੇ, ਉੱਥੇ ਵੀ ਬਹੁਤ ਵੱਡੇ ਪੱਧਰ ਤੇ ਖੇਡ ਖੇਡੀ ਜਾ ਰਹੀ ਆ। ਜ਼ਰੂਰਤ ਆ ਕਿ ਇਹੋ ਜਿਹੇ ਖਿਡਾਰੀ ਆ ਜਿਹੜੇ ਆਪਣੇ ਆਪ ਨੂੰ ਦੱਸਦੇ ਆ ਕਿ ਕੈਨੇਡਾ 'ਚ ਵੀ ਸਿੱਧੀ ਤਾਰ ਜੁੜਦੀ ਆ, ਅਮਰੀਕਾ ਜਾਣਾ ਉੱਥੇ ਵੀ ਤੁਹਾਨੂੰ ਚੁਟਕੀ 'ਚ ਪਹੁੰਚਾ ਦਿਆਂਗੇ, ਹੋਰ ਪਤਾ ਨਹੀਂ ਕਿਹੜੇ ਕਿਹੜੇ ਦੇਸ਼ਾਂ 'ਚ ਇਹਨਾਂ ਨੇ ਸੰਪਰਕ ਬਣਾਇਆ। ਇਹਨਾਂ ਨੂੰ ਥੋੜ੍ਹਾ ਜਿਹਾ ਨਿਚੋੜਨ ਦੀ ਜ਼ਰੂਰਤ ਆ, ਰਿੜਕਣ ਦੀ ਜ਼ਰੂਰਤ ਆ, ਪਤਾ ਕਰਨ ਦੀ ਜ਼ਰੂਰਤ ਆ ਕਿ ਇਹੋ ਜਿਹਾ ਕਿਹੜਾ ਇਹਨਾਂ ਦੇ ਕੋਲ ਅਲਾਦੀਨ ਦਾ ਚਿਰਾਗ ਆ, ਕਿਹੜਾ ਇਹੋ ਜਿਹਾ ਝੁਰਲੂ ਆ ਕਿ ਜਿਹੜਾ ਬਿਨਾਂ ਪੈਸੇ ਲਏ ਤੋਂ, ਸਾਰਾ ਕੁਝ ਬਿਨਾਂ ਕੀਤੇ ਤੋਂ ਇਹ ਬੰਦੇ ਨੂੰ ਬਾਹਰ ਪਹੁੰਚਾ ਦਿੰਦੇ ਆ। ਪਤਾ ਕਰਨਾ ਚਾਹੀਦਾ, ਪਤਾ ਜੇ ਲੱਗ ਜਾਵੇ ਐਸਾ ਮੰਤਰ ਹੈ ਜਿਹੜਾ ਬਾਹਰਲੇ ਦੇਸ਼ਾਂ ਵਾਲਿਆਂ ਨੂੰ ਵੀ ਦੱਸਣਾ ਚਾਹੀਦਾ ਜੀ। ਤੇ ਬਹੁਤ ਬਹੁਤ ਮਿੰਟੂ ਗੁਰਸਰੇ ਜੀ, ਤੁਹਾਡਾ ਧੰਨਵਾਦ। ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ 'ਚ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਮਿਹਰਬਾਨੀ। ਸਤਿ ਸ਼੍ਰੀ ਅਕਾਲ। ਸ਼ੁਕਰੀਆ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ ਹੈ। ਮਿਲਾਂਗੇ ਅਗਲੇ ਬੁਲੇਟਿਨ। ਜਦੋਂ ਤੱਕ ਲਈ ਮੈਨੂੰ ਰਾਜਕਰਮਵੀਰ ਸਿੰਘ ਨੂੰ ਇਜਾਜ਼ਤ ਦਿਓ। ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੁੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।